स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार हमीर सिंह उगे जर्नलिस्ट और उगे सिख विद्वान सरदार बलकार सिंह डॉक्टर ने पंजाबी यूनिवर्सिटी पटियाला तो डायरैक्टर ने। दोनों नूं जी आए। वैसे तो दो थम्मां च घिरिया बंदा कसोता ही हुंदा है, लेकिन चलो जुरत कर लैना गल तोड़न दी। सरदार हमीर सिंह वैसे ਆਪਣੇ ਆਮ ਆਦਮੀ ਪਾਰਟੀ ਵਾਲੇ ਐਮਐਲਏ ਜਿੱਦਾਂ ਹੁਣ ਮੈਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸੁਣਦਾ ਸੀ, ਉਹ ਕਹਿੰਦੇ ਵੀ ਐਮਐਲਏ ਸ਼ਿਪ ਸਾਡੀ ਜੁੱਤੀ ਦੀ ਨੋਕ ਤੇ ਆ। ਲੋਕਾਂ ਦੇ ਮਾਮਲੇ ਜਿੱਦਾਂ ਨਜਿੱਠਣੇ ਪਏ ਨਜਿੱਠਾਂਗੇ, ਜਿਹੜੇ ਨੈਕਸਸ ਨੇ ਤੋੜਨੇ ਪਏ ਤੋੜਾਂਗੇ, ਐਵੇਂ ਨਹੀਂ ਇੱਧਰ ਉੱਧਰ ਹੁੰਦੇ, ਜੋ ਸੋਚਦੇ ਆ ਉਦਾਂ ਹੀ ਕਰਾਂਗੇ। ਇਹ ਮਿੱਟੀ ਦੀ ਤਸੀਰ ਹੈ ਪੰਜਾਬ ਦੇ ਦੀ, ਐਦਾਂ ਸੌਖਿਆਂ ਭੁਰਦੀ ਨਹੀਂ ਕੁੱਟਿਆ। ਪਰ ਖੈਰ ਇੱਕ ਹੋਰ ਐਮਐਲਏ ਫਰੀਦਕੋਟ ਵਾਲੀ ਸਾਈਡ ਤੋਂ, ਉਹਨੇ ਵੀ ਨਸ਼ਿਆਂ ਖਿਲਾਫ ਇੱਕ ਮੁਹਿੰਮ ਜੀ ਵਿੱਢੀ ਸੀ, ਉਹਦੀ ਕਮੇਟੀ ਨੂੰ ਜਾ ਪਏ ਡਾਢੇ, ਉਹ ਵੀ ਗੁੱਸੇ 'ਚ ਫਿਰਦੇ ਆ। ਹੋਰ ਵੀ ਕਈ ਥਾਵਾਂ ਤੋਂ ਜਿਹੜੇ ਬਣੇ ਐਮਐਲਏ ਆ, ਉਹ ਕਹਿੰਦੇ ਜਿਹੜੇ ਬਦਲਾਅ ਲਈ ਲੋਕਾਂ ਪੰਡ ਸਾਡੇ ਸਿਰ ਤੇ ਰੱਖੀ ਆ ਨਾ ਜੀ, ਇਹ ਜ਼ਿੰਮੇਵਾਰੀ ਤੋਂ ਅਸੀਂ ਭੱਜਣਾ ਨਹੀਂ, ਬਚ ਕੇ ਨਹੀਂ ਨਿਕਲਣਾ। ਮੈਨੂੰ ਲੱਗਦਾ ਪੰਜਾਬ ਲਈ ਕੁਝ ਚੰਗੇ ਦੀ ਆਹਟ ਆ, ਕੋਈ ਬਿਹਤਰ ਦਿਨ ਆਉਣ ਦੀ ਉਮੀਦ ਪੈਦਾ ਹੋ ਰਹੀ। ਉਂਝ ਅੱਜ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਆਪਣੇ ਨੇੜਲਿਆਂ ਨਾਲ ਗਵਰਨਰ ਹਾਊਸ ਚੋਂ ਨਿਕਲਦੇ ਕਹਿੰਦੇ ਇਹ ਨਹੀਂ ਚੰਗੀ ਸਰਕਾਰ, ਇਹਨੂੰ ਬਰਖਾਸਤ ਕਰ ਦਿਓ। ਹੁਣ 3 ਉਹਨਾਂ ਦੇ ਐਮਐਲਏ ਜਿੱਤੇ ਆ, ਪਰ ਉਹਨਾਂ ਨੂੰ ਦਰਦ ਅਜੇ ਪੂਰਾ ਪੰਜਾਬ ਦਾ ਹੈ। ਪੰਜਾਬੀਆਂ ਨੇ ਦਰਦ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਨਹੀਂ, ਪਰ ਉਹ ਜ਼ਿੰਮੇਵਾਰੀ ਤਾਂ ਨਿਭਾਉਣਗੇ ਨਾ। 101 ਸਾਲਾ ਪਾਰਟੀ ਦੇ ਅਜੇ ਉਹ ਸਰਬਰਾਹ ਨੇ। ਖੈਰ ਉਹਨਾਂ ਨੇ ਕੱਲ ਇੱਕ ਮੰਗ ਰੱਖੀ ਸੀਗੀ ਕਿ ਤੁਸੀਂ ਪੰਥਕ ਜਥੇਬੰਦੀਆਂ ਅੱਗੇ ਆਉਣ, ਜਿਹੜੇ ਬੰਦੀ ਸਿੱਖ ਆ ਉਹਨਾਂ ਦੀ ਰਿਹਾਈ ਲਈ ਚਾਰਾਜੋਈ ਕਰੀਏ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕਰਤਾ ਵੀ 11 ਨੂੰ ਇਹ ਇਕੱਤਰਤਾ ਆਪਾਂ ਸੱਦ ਰਹੇ ਹਾਂ। ਸਿੰਘ ਸਾਹਿਬ ਨੇ ਸਾਨੂੰ ਕੀਤਾ ਸੀ ਆਦੇਸ਼, ਹੁਣ ਸਾਰੇ ਇਕੱਠੇ ਹੋਵੋ, ਰਲ ਮਿਲ ਕੇ ਬੈਠੋ ਭਾਈ, ਤੇ ਹੁਣ ਫਿਰ ਯੁੱਧ ਲੜੀਏ। ਮੈਨੂੰ ਲੱਗਦਾ ਸੱਤਾ ਤੋਂ ਬਾਹਰ ਹੁਣ ਯੁੱਧ ਲੜਨ ਦੀ ਵਾਰੀ ਆ ਗਈ, ਜਿਹੜੀ ਅਕਸਰ ਅਕਾਲੀ ਕੁਝ ਸਵਾਲ ਲੋਕ ਕਰਨਾ ਸ਼ੁਰੂ ਕਰ ਦਿੰਦੇ। ਮੈਂ ਤਾਂ ਵੈਸੇ ਔਕਾਤ ਨਹੀਂ ਰੱਖਦਾ ਵੀ ਸੱਤਾ ਵੇਲੇ ਕੁਝ ਕੀਤਾ ਕਿ ਨਹੀਂ। ਸਰਦਾਰ ਹਮੀਰ ਸਿੰਘ, ਪਹਿਲਾਂ ਅਸੀਂ ਆਮ ਆਦਮੀ ਪਾਰਟੀ ਦੇ ਐਮਐਲਏਜ਼ ਵੱਲੋਂ ਦਿਖਾਇਆ ਗਿਆ ਦਮ ਦਾ ਜ਼ਿਕਰ ਕਰ ਲਈਏ। ਸਰਦਾਰ ਬਲਕਾਰ ਸਿੰਘ ਹੋਣਾ ਨੂੰ ਮੈਂ ਇਸੇ ਕਰਕੇ ਆਵਾਜ਼ ਦਿੱਤੀ, ਮੈਂ ਕਿਹਾ ਇਹ ਵੀ ਪੰਥਕ ਬੜੇ ਵੱਡੇ ਨੇ, ਬੜੇ ਕੰਮ ਕਰਦੇ ਆ, ਇਹਨਾਂ ਨੂੰ ਵੀ ਸੱਦਾ ਪੱਤਰ ਮਿਲਿਆ ਹੋਣਾ, ਪੁੱਛ ਹੀ ਲੈਂਦੇ ਆ ਵੀ ਤੁਸੀਂ ਏਜੰਡੇ 'ਚ ਕੀ ਜਾ ਕੇ ਕਹਿਣਾ। ਖੈਰ ਸਰਦਾਰ ਹਮੀਰ ਸਿੰਘ ਹੋਰਾਂ ਤੋਂ ਗੱਲ ਸ਼ੁਰੂ ਕਰਦੇ ਹਾਂ ਜੀ। ਜੀ ਰੰਧਾਵਾ ਸਾਹਿਬ, ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਸਵਾਲ ਹੈ, ਚੀਫ ਮਿਨਿਸਟਰ ਨਾਲ ਮੀਟਿੰਗ ਜਿਹੜੀ ਇੱਕ ਹੋਈ ਹੈ, ਪਰਸੋਂ ਹੀ ਮੀਟਿੰਗ ਹੋਈ ਹੈ ਅਜੇ, ਉਹ ਕਹਿੰਦੇ ਮੈਂ ਉੱਥੇ ਵੀ ਇਹ ਗੱਲ ਰੱਖੀ ਹੈ। ਉੱਥੇ ਕਿਉਂਕਿ ਥੋੜੀ ਜਿਹੀ ਜਨਰਲ ਜੀ ਗੱਲ ਰੱਖੀ ਸੀ, ਕਿਉਂਕਿ ਸਾਰੇ ਐਮਐਲਏ ਸੀ। ਮੈਂ ਜਦੋਂ ਕੱਲਾ ਮਿਲਿਆ ਤਾਂ ਮੈਂ ਡਿਟੇਲ ਗੱਲ ਵੀ ਦੱਸੀ ਹੈ, ਅਫਸਰਾਂ ਦੇ ਨਾਮ ਵੀ ਦੱਸੇ ਨੇ, ਕਿਹਦਾ ਨੈਕਸਸ ਹੈ, ਗੱਠਜੋੜ ਦੇ ਵਿੱਚ ਸ਼ਾਮਲ ਕੌਣ ਕੌਣ ਨੇ, ਉਹ ਵੀ ਦੱਸੇ ਨੇ ਸਾਰੀਆਂ ਚੀਜ਼ਾਂ। ਉਹਦਾ ਤਾਂ ਅਜੇ ਤੱਕ ਇਤਰਾਜ਼ ਇੰਨਾ ਹੀ ਹੈ ਕਿ ਅਜੇ ਤੱਕ ਐਸਐਚਓ ਡੀਐਸਪੀ ਜਾਂ ਬਾਕੀ ਦੇ ਬੰਦੇ ਜਿਨ੍ਹਾਂ ਦੇ ਨਾਮ ਉਹਨੇ ਦੱਸੇ, ਉਹਨਾਂ ਦੀ ਬਦਲੀ ਵੀ ਹੋਣੀ ਅਜੇ ਮੁਸ਼ਕਲ ਕੰਮ ਹੈ, ਬਦਲੀ ਨਹੀਂ ਹੋਈ। ਮਤਲਬ ਬਾਕੀ ਤਾਂ ਬਾਅਦ ਦੀ ਗੱਲ ਹੈ। ਗੱਠਜੋੜ ਹਾਲਾਂਕਿ ਕੱਲਾ ਬਦਲੀ ਨਾਲ ਨਹੀਂ ਰੁਕਦਾ ਜਾਂ ਟੁੱਟਦਾ, ਬਦਲੀ ਕਰ ਵੀ ਦਿੱਤੀ ਜਾਏ ਨਾ ਕਰ ਦਿੱਤੀ ਜਾਏ, ਉਹ ਤੋਂ ਵੱਡਾ ਇੱਕ ਹੋਰ ਇੱਕ ਦਾਇਰਾ ਬਗੜਿਆ ਹੁੰਦਾ ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਪਰ ਇਹ ਹੈ ਇੱਕ ਗੱਲ, ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਦੀ ਇੱਕ ਦਲੇਰੀ ਵਾਲੀ ਗੱਲ ਹੈ। ਇੱਕ ਐਮਐਲਏ ਘੱਟੋ ਘੱਟ, ਜਿੱਥੇ ਜਿਹੜੀਆਂ ਪਾਰਟੀਆਂ ਦੇ ਵਿੱਚ ਨਾ ਅੱਜ ਕੱਲ ਚਾਪਲੂਸ ਕਲਚਰ ਪੈਦਾ ਹੋਇਆ ਹੈ, ਕੋਈ ਬੋਲਣ ਲਈ ਤਿਆਰ ਨਹੀਂ ਹੈ, ਕੋਈ ਆਪਣੀ ਗੱਲ ਇੰਡੀਪੈਂਡੈਂਟ ਕਹਿਣ ਲਈ ਤਿਆਰ ਨਹੀਂ ਹੈ, ਉਹ ਘੱਟੋ ਘੱਟ ਇਹ ਕਹਿ ਰਹੇ ਨੇ ਕਿ ਆਹ ਮੁੱਦਾ ਹੈਗਾ, ਲੋਕਾਂ ਨੇ ਸਾਨੂੰ ਇਸ ਲਈ ਚੁਣੇ ਹੈ, ਸਾਡੇ ਤੇ ਬੋਝ ਹੈ, ਬੋਝ ਅਸੀਂ ਮਹਿਸੂਸ ਕਰ ਰਹੇ ਹਾਂ, ਅਹਿਸਾਸ ਕਰ ਰਹੇ ਹਾਂ ਉਹਦਾ। ਔਰ ਇਹ ਤੋੜਨ ਤੱਕ ਕੁਝ ਵੀ ਐਮਐਲਏ ਜਿਹੜਾ ਉਹ ਕਹਿੰਦਾ ਹੁੰਦਾ ਵੀ ਐਮਐਲਏ ਸ਼ਿਪ ਜੁੱਤੀ ਦੀ ਨੋਕ ਤੇ, ਉਹ ਪਹਿਲਾਂ ਵੀ ਕਹਿੰਦਾ ਕਿ ਪਹਿਲਾਂ ਮੈਂ ਲੱਖ ਰੁਪਏ ਦੀ ਨੌਕਰੀ ਛੱਡ ਕੇ ਆਇਆ, ਉਦੋਂ ਮੇਰੇ ਕੋਲ ਕੁਝ ਨਹੀਂ ਸੀ, ਹੁਣ ਤਾਂ ਲੋਕਾਂ ਨੇ ਐਮਐਲਏ ਬਣਾਤਾ। ਇਹਦਾ ਮਤਲਬ ਇਹ ਹੈ ਕਿ ਤੁਸੀਂ ਜਦੋਂ ਉਸ ਬੇਸਿਕ ਸਵਾਲ ਉਠਾਉਂਦੇ ਹੋ ਤਾਂ ਕਿਤੇ ਨਾ ਕਿਤੇ ਮੈਸੇਜ ਵੀ ਦੇਣ ਦੀ ਗੱਲ ਹੁੰਦੀ ਹੈ ਵੀ ਜੇ ਕੋਈ ਮੈਨੂੰ ਇਹਨਾਂ ਗੱਲਾਂ ਤੋਂ ਰੋਕੂਗਾ, ਉਹ ਅੰਦਰੋਂ ਰੋਕੇਗਾ ਜਾਂ ਬਾਹਰੋਂ ਰੋਕੇਗਾ, ਤਾਂ ਮੈਂ ਇੱਕ ਮੈਸੇਜ ਦੇ ਦਾਂ ਕਿ ਭਾਈ ਮੈਂ ਮੁੱਦਾ ਤਾਂ ਉਠਾਊਂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਲੋਕਾਂ ਦੀ ਸਾਡੇ ਤੋਂ ਤਵੱਕੋ ਇਹ ਹੈ ਕਿ ਇਹ ਕੁਝ ਕਰਨਗੇ, ਇਹ ਗੱਠਜੋੜ ਤੋੜਨਗੇ। ਔਰ ਇਹਦੇ ਨਾਲ ਹੀ ਜੁੜ ਜਾਂਦੀ ਹੈ ਜਿਹੜੀ ਦੂਸਰੀ ਗੱਲ ਜਿਹੜੇ ਫਰੀਦਕੋਟ ਦੇ ਐਮਐਲਏ ਨੇ ਗੁਰਦੀਪ ਸਿੰਘ ਸੇਖੋਂ, ਉਹਨਾਂ ਨੇ ਤਾਂ ਇੱਕ ਕਮੇਟੀ ਬਣਾਤੀ ਸੀ, ਕਮੇਟੀ ਦੇ ਬਕਾਇਦਾ ਅਹੁਦੇਦਾਰ ਬਣਾਤੇ ਕਿ ਮੇਰੇ ਹਲਕੇ ਦੇ ਵਿੱਚ ਕਿਤੇ ਵੀ ਕੋਈ ਨਸ਼ੇ ਦੀ ਮਤਲਬ ਦੱਸ ਪਾਏਗਾ ਤਾਂ ਇਹ ਕਮੇਟੀ ਜਾਏਗੀ, ਉਹਨਾਂ ਨੂੰ ਆਪ ਰੋਕੇਗੀ, ਪੁਲਿਸ ਨੂੰ ਕਹੇਗੀ ਨਾਲ ਚੱਲੋ, ਨਹੀਂ ਜਾਏਗੀ ਅਸੀਂ
ਫਿਜ਼ੀਕਲੀ ਵੀ ਟਰਾਈ ਕਰਾਂਗੇ ਜਾ ਕੇ, ਮੈਂ ਵੀ ਆਪ ਉੱਥੇ ਜਾਊਂਗਾ, ਅਸੀਂ ਨਸ਼ਾ ਰੋਕ ਦਿਆਂਗੇ। ਉਹਨਾਂ ਨੇ ਹੁਣ ਐਮਐਲਏ ਸਾਹਿਬ ਤਾਂ ਉਹ ਕਮੇਟੀ ਦੇ ਮੁਖੀ ਨੇ ਇੱਕ ਟਾਈਪ ਦੇ, ਜਿਹੜੀ ਇਹਨਾਂ ਨੇ ਕਮੇਟੀ ਬਣਾਈ, ਉਹਨਾਂ ਦਾ ਸੈਕੰਡ ਨੰਬਰ ਦਾ ਬੰਦਾ ਵਾਈਸ ਪ੍ਰਧਾਨ ਦੇ ਘਰ ਚਲੇ ਗਏ। ਨਾ ਕੇਵਲ ਘਰ ਚਲੇ ਗਏ, ਕੁੱਟਮਾਰ ਕੀਤੀ ਆ। ਉਹ ਕਹਿੰਦੇ ਕੋਈ ਨਹੀਂ, ਤੁਹਾਨੂੰ ਤਾਂ ਦੱਸਦੇ ਆ ਅਸੀਂ ਸੱਤਾ ਕੀ ਹੁੰਦੀ ਹੈ, ਤੇ ਜਿਹੜੇ ਕੱਲੀਆਂ ਕਮੇਟੀਆਂ ਜਾਂ ਜੇ ਉਹ ਬਣਨਾ। ਇਹ ਉਹ ਇੱਥੋਂ ਤੱਕ ਹਤਾਸ਼ ਨੇ ਹੁਣ। ਉਹਨਾਂ ਨੇ ਹਸਪਤਾਲ ਦੇ ਵਿੱਚ ਉਹਦਾ ਪਤਾ ਲੈਣ ਤੋਂ ਬਾਅਦ ਇਹ ਗੱਲ ਕੀਤੀ ਹੈ ਕਿ ਜੇ ਐਮਐਲਏ ਤੱਕ ਵੀ ਡਰਾਉਣ ਧਮਕਾਉਣ ਦਾ ਕੰਮ ਮਾਫੀਆ ਕਰ ਸਕਦਾ ਹੈ, ਤਾਂ ਤੁਸੀਂ ਹਾਲਾਤ ਦੇਖ ਲਓ ਪੰਜਾਬ ਦੇ ਕਿਸ ਹੱਦ ਤੱਕ ਖਤਰਨਾਕ ਹੋ ਗਏ ਨੇ ਕਿ ਸਧਾਰਨ ਬੰਦਿਆਂ ਦੀ ਕੌਣ ਪੁੱਛਦਾ ਹੋਏਗਾ। ਅਸੀਂ ਕਹਿੰਦੇ ਸਧਾਰਨ ਬੰਦੇ ਨਸ਼ਾ ਹਟਾ ਦੇਣ ਜਾਂ ਬਾਕੀ ਦੀਆਂ ਗੱਲਾਂ ਹਟਾ ਦੇਣ। ਇਹਦੇ ਤੋਂ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿਹੜਾ ਮਾਫੀਆ ਹੈ ਇਹ ਬਹੁਤ ਵੱਡਾ ਖੇਤਰ ਹੈ। ਇਹ ਕੱਲਾ ਇੰਨਾ ਹੀ ਕੰਮ ਨਹੀਂ ਹੈ ਕਿ 2 ਬੰਦੇ ਫੜ ਕੇ ਅੰਦਰ, 3 ਬੰਦੇ ਫੜ ਕੇ ਅੰਦਰ। ਇਹਦੇ ਬਾਰੇ ਜਿਹੜੀ ਰਣਨੀਤੀ ਦਾ ਸਵਾਲ ਹੈ ਬਹੁਤ ਵੱਡੀ। ਉਹਦੇ ਚ ਹੈਲਥ ਡਿਪਾਰਟਮੈਂਟ ਦਾ ਰੋਲ, ਉਹਦੇ ਚ ਪੁਲਿਸ ਦਾ ਰੋਲ, ਉਹਦੇ ਚ ਸਿਵਲ ਪ੍ਰਸ਼ਾਸਨ ਦਾ ਰੋਲ, ਉਹਦੇ ਚ ਬਾਕੀ ਦੇ ਜਿੰਨੇ ਭੂਮਿਕਾਵਾਂ ਨੇ। ਤੇ ਫਿਰ ਜਿਹੜਾ ਕੀ ਕਿਤੇ ਟਾਈ ਅਪ ਇੰਟਰਨੈਸ਼ਨਲ ਸਮਗਲਰਾਂ ਨਾਲ, ਕੀ ਨੈਸ਼ਨਲ ਲੈਵਲ ਦੇ ਸਮਗਲਰਾਂ ਨਾਲ, ਕੀ ਇੱਥੇ ਕਿਸ ਲੈਵਲ ਦਾ ਤਾਣਾ ਬਾਣਾ, ਪਹਿਲਾਂ ਤਾਂ ਉਹ ਤਾਣਾ ਬਾਣਾ ਦੀ ਮਤਲਬ ਥਾਂ ਪਾਉਣੀ ਪੈਗੀ ਕਿ ਹੈ ਕੀ ਹੈ। ਫਿਰ ਉਹ ਬ੍ਰੇਕ ਕਿੱਥੋਂ ਹੋਣਾ, ਫੜਿਆ ਕਿੱਥੋਂ ਜਾਵੇ, ਫਿਰ ਉੱਥੋਂ ਦੀ ਗੱਲ ਹੈ। ਔਰ ਮੈਨੂੰ ਇਹ ਲੱਗਦਾ ਕਿ 2 ਐਮਐਲਏ ਜਿਹੜੇ ਤਾਂ ਗੱਲ ਕਹੀ ਹੈ, ਪਰ ਇਹ ਸਾਰੇ ਐਮਐਲਏ ਜਿਹੀ ਜਿਹੜੇ ਜਿੱਤੇ ਬਹੁ ਗਿਣਤੀ ਉਹਦੇ ਚੋਂ, ਸ਼ਾਇਦ ਇਹ ਦਬਾਅ ਮਹਿਸੂਸ ਕਰ ਰਹੇ ਨੇ। ਕਿਉਂਕਿ ਲੋਕਾਂ ਜਦੋਂ ਬਾਰ-ਬਾਰ ਤੁਸੀਂ ਗੱਲ ਕਹਿੰਦੇ ਹੋ, ਅਜੇ ਇਹਨਾਂ ਚੋਂ ਬਹੁਤੇ ਜਿਹੜੇ ਐਮਐਲਏ ਆਏ ਨੇ, ਕਾਫੀ ਕਈ ਤਾਂ ਆਏ ਨੇ ਦਲ ਬਦਲੀਆਂ ਕਰਕੇ, ਉਹ ਤਾਂ ਸ਼ਾਇਦ ਥੋੜੇ ਜੇ ਉਸੇ ਪੋਲਿਟਿਕਸ ਨੂੰ ਵੀ ਜਾਣਦੇ ਹੋਣਗੇ, ਪੁਰਾਣੀ ਨੂੰ, ਕੁਛ ਨਾ ਕੁਛ ਵੀ ਚਲੋ ਐਵੇਂ ਹੀ ਚੱਲਦਾ ਹੁੰਦਾ ਸਿਆਸਤ ਦੇ ਵਿੱਚ, ਕੋਈ ਗੱਲ ਨਹੀਂ, ਗੱਲਾਂ ਬਾਤਾਂ ਕਹਿਣੀਆਂ ਨੇ। ਪਰ ਜਿਹੜੇ ਬਿਲਕੁਲ ਫਰੈਸ਼ ਆਏ ਹੁੰਦੇ ਨੇ ਨਾ, ਉਹ ਕਈ ਵਾਰ ਆਦਰਸ਼ ਦੇ ਰੂਪ ਦੇ ਵਿੱਚ ਵੀ ਆਏ ਹੁੰਦੇ ਨੇ, ਆਦਰਸ਼ਵਾਦੀ ਹੁੰਦੇ ਵੀ ਨੇ, ਵੀ ਜਦੋਂ ਪਾਵਰ ਆਏਗੀ ਅਸੀਂ ਘੁਮਾ ਦੇਾਂਗੇ, ਅਸੀਂ ਬਾਕੀ ਦੀਆਂ ਚੀਜ਼ਾਂ ਕਰ ਦਿਆਂਗੇ। ਉਹਨਾਂ ਦੇ ਅੰਦਰ ਇੱਕ ਪੇਨ ਜ਼ਰੂਰ ਹੈ, ਇੱਕ ਪੀੜ ਜ਼ਰੂਰ ਹੈ ਇਸ ਪੱਧਰ ਦੀ। ਅਜੇ ਉਸ ਪੱਧਰ ਦਾ ਕੋਈ ਵੱਡਾ ਹਮਲਾ ਨਸ਼ੇ ਦੇ ਖਿਲਾਫ ਜਾਂ ਵੱਡੀ ਕਾਰਵਾਈ ਅਜੇ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋ ਰਹੀ, ਦਿਖਾਈ ਨਹੀਂ ਦੇ ਰਹੀ ਕਿ ਤਾਂ ਕਿ ਅਸੀਂ ਹੋਰ ਉਦਮ ਕਰ ਸਕੀਏ, ਉਹ ਬੰਦੇ ਫੀਲਡ ਦੇ ਵਿੱਚ ਹੋਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਕੰਮ ਕਰ ਸਕਣ ਔਰ ਲੋਕਾਂ ਨੂੰ ਭਰੋਸਾ ਦੇ ਸਕਣ ਕਿ ਅਸੀਂ ਹਰ ਹਾਲਤ 'ਚ ਇਹਦਾ ਲੱਕ ਤੋੜ ਦਿਆਂਗੇ। ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨਹੀਂ, 4 ਹਫ਼ਤਿਆਂ ਦੇ ਵਿੱਚ ਲੱਕ ਤੋੜਨ ਦਾ ਗੁਟਕਾ ਸਾਹਿਬ ਦੀ ਸਹੁੰ ਉਹਨਾਂ ਨੂੰ ਬਹੁਤ ਮਹਿੰਗੀ ਪਈ ਸੀ। ਕਿਉਂਕਿ 4 ਹਫ਼ਤਿਆਂ 'ਚ ਤਾਂ ਕੀ, ਨਸ਼ਾ ਤਾਂ ਅੱਜ ਕੱਲ ਕਹਿੰਦੇ ਨੇ ਵੀ ਮਤਲਬ ਟੈਲੀਫੋਨ ਦੀ ਕਾਲ ਤੇ ਮਿਲਦਾ। ਤੇ ਕਿਸੇ ਬੰਦੇ ਨੇ ਕਿਹਾ ਕਿ ਚੀਫ ਮਿਨਿਸਟਰ ਨੂੰ ਪੁੱਛ ਲਓ ਘਰ ਚਾਹੀਦਾ ਨਸ਼ਾ ਤਾਂ ਘਰ ਭਜਵਾ ਦਿੰਦੇ ਆ, ਟੈਲੀਫੋਨ ਕਾਲ ਕਰੋ ਤੇ ਕਿਹੜਾ ਚਾਹੀਦਾ ਤੇ ਕਿੰਨਾ ਮਤਲਬ ਵਜੇ ਚਾਹੀਦਾ। ਇਹ ਅਜੇ ਤੱਕ ਉਹ ਨੈਕਸਸ ਤੋੜਨ ਦਾ ਬਹੁਤ ਦੂਰ ਦੀ ਗੱਲ ਹੈ, ਚਾਹੇ ਲੋਕ ਕਹੀ ਜਾਣ ਕਿ ਅਸੀਂ ਲੱਕ ਤੋੜਤਾ, ਪਰ ਅਜੇ ਤੱਕ ਰੋਜ਼ ਹੁਣ ਫੇਰ ਦੁਬਾਰਾ ਆਉਣ ਲੱਗ ਗਈਆਂ ਓਵਰਡੋਜ਼ ਨਾਲ ਮਰਨ ਦੀਆਂ ਮਤਲਬ ਗੱਲਾਂ ਨੇ। ਆ ਪਿੱਛੇ ਜੀ ਇੱਕ ਵੀਡੀਓ ਇਹ ਵੀ ਚੱਲਦੀ ਆ, ਆਪਾਂ ਦੇਖਿਆ ਨਾ ਕਿ ਉਹ ਗਊਸ਼ਾਲਾ ਵਾਲਾ ਇੱਕ ਬਾਬਾ ਇੱਕ ਸਾਧ ਵੀ ਵੀਡੀਓ ਖਿੱਚੀ ਫਿਰਦੇ ਨੇ, ਕਹਿੰਦੇ ਉਹ ਵੀ ਟੀਕਾ ਲਾ ਰਿਹਾ ਸੀ। ਮਤਲਬ ਉਹ ਡੇਰੇ ਦਾ ਕਿਸੇ ਗਊਸ਼ਾਲਾ ਦਾ ਮੁਖੀ ਆਪਦੇ ਆਪ ਨੂੰ ਦੱਸ ਰਿਹਾ, ਉਹ ਵੀ ਇੰਜੈਕਸ਼ਨ ਉਹ ਆਮ ਮੁੰਡਿਆਂ ਨੇ ਫੜਿਆ, ਉਹਨੂੰ ਕਹਿੰਦੇ ਵੀ ਤੈਨੂੰ ਕੀ ਕਹੀਏ, ਤੂੰ ਸਾਡੇ ਬਾਪ ਵਰਗਾ, ਤੂੰ ਕਿੱਥੇ ਜਾ ਕੇ ਕੀ ਫੈਲਾ ਰਿਹਾ ਹੋਵੇਗਾ ਨਸ਼ਾ। ਮਤਲਬ ਇਹ ਚ ਕਿੰਨੀਆਂ ਆਰਗੇਨਾਈਜੇਸ਼ਨਾਂ ਇਨਵੋਲਵ ਹੋ ਗਈਆਂ ਹੋਣਗੀਆਂ, ਕੋਈ ਧਾਰਮਿਕ ਬੰਦੇ ਵੀ ਬਣ ਕੇ ਵੀ ਉਹਦੀ ਸ਼ਕਲ ਚ ਵੀ ਹੋਣਗੇ, ਕੋਈ ਸਮਾਜਿਕ ਕਾਰਕੁਨ ਬਣ ਕੇ ਉਹਨਾਂ ਦੀ ਸ਼ਕਲ ਚ ਵੀ ਹੋਣਗੇ। ਔਰ ਇੱਕ ਬਿਜ਼ਨਸ ਕਿੱਡਾ ਵੱਡਾ ਹੈ, ਤੁਸੀਂ ਦੇਖੋ ਕਿ ਨਸ਼ਾ ਛਡਾਊ ਕੇਂਦਰ ਜਿਹੜੇ ਮੁਨਾਫਾ ਬਖਸ਼ ਚੱਲ ਰਹੇ ਨੇ ਉਹ ਕਿੰਨੇ ਹੋ ਗਏ ਨੇ। ਕੀ ਉਹ ਸਾਰੇ ਮਹਿਸੂਸ ਕਰਦੇ ਹੋਣਗੇ ਕਿ ਹਾਂ ਇਹ ਹੋ ਸਕਦਾ? ਆਵਾਜ਼ ਨਹੀਂ ਆ ਰਹੀ, ਅਨਮਿਊਟ ਕਰੋ। ਬੰਦ ਕੀਤਾ ਸੀਗਾ, ਮਾਫੀ ਚਾਹੁੰਦਾ। ਸਰਦਾਰ ਹਮੀਰ ਸਿੰਘ, ਜਿਹੜੀ ਮੰਡੀ ਹੈ ਨਾ, ਜਿੰਨਾ ਚਿਰ ਮੰਡੀ ਅਵੇਲੇਬਲ ਆ ਉਹਨਾਂ ਚਿਰ ਸਪਲਾਈ ਵੀ ਆਉਂਦੀ ਰਹਿਣੀ ਆ। ਮੰਡੀ ਦੀ ਨਿਸ਼ਾਨਦੇਹੀ ਕਰਨੀ ਵੀ ਬੜੀ ਜ਼ਰੂਰੀ ਆ। ਲੇਕਿਨ ਮੈਂ ਸਰਦਾਰ ਬਲਕਾਰ ਸਿੰਘ ਇਹ ਵੀ ਸਮਝਣਾ ਚਾਹੁੰਦਾ, ਵੈਸੇ ਤੁਸੀਂ ਧਾਰਮਿਕ ਖੇਤਰ 'ਚ ਜ਼ਿਆਦਾ ਹੱਥ ਚੰਗਾ ਅਜਮਾਉਂਦੇ ਹੋ, ਪਰ ਜਦੋਂ ਸੱਤਾ ਦੇ ਵਿੱਚ ਲੋਕ ਜਾਂਦੇ ਆ, ਚੁਣੇ ਹੋਏ ਜਾਂਦੇ ਆ, ਉਹਨਾਂ ਨੂੰ ਸੱਤਾ ਆਪਣੇ ਰੰਗ ਵਿਖਾਉਂਦੀ ਹੈ। ਜਿਹੜਾ ਬੰਦਾ ਚੁਣ ਕੇ ਮੰਤਰੀ ਜਾਂ ਮੁੱਖ ਮੰਤਰੀ ਬਣ ਜਾਂਦਾ, ਫਿਰ ਉਹਨੂੰ ਲਿਮਿਟੇਸ਼ਨ 'ਚ ਦੱਸਦੀਆਂ ਨੇ ਅਫਸਰਸ਼ਾਹੀ ਦੀਆਂ ਤੰਦਾਂ ਬਰੀਕ, ਫਿਰ ਉਹਨਾਂ ਨੂੰ ਪਾਵਰ ਦੇ ਅੰਦਰਲੇ ਜਮਾ ਘਟਾਓ ਪਤਾ ਲੱਗਦੇ ਆ, ਫਿਰ ਉਹ ਥੋੜਾ ਜਿਹਾ ਨਿਮਰ ਹੋ ਜਾਂਦਾ, ਫਿਰ ਉਹ ਬੈਲੈਂਸ ਜੇ ਆ ਜਾਂਦਾ, ਫਿਰ ਜਿਹੜੀ ਹਮਲਾਵਰਤਾ ਹੁੰਦੀ ਆ ਉਹ ਪਿੱਛੇ ਚਲੇ ਜਾਂਦੀ ਆ, ਫਿਰ ਜ਼ਿੰਮੇਵਾਰੀ ਅੱਗੇ ਆ ਜਾਂਦੀ ਹੈ, ਫਿਰ ਬਹਾਨੇ ਬਣਨੇ ਸ਼ੁਰੂ ਹੋ ਜਾਂਦੇ ਆ। ਪਰ ਜਿੰਨਾ ਸੱਤਾ ਦਾ ਸਵਾਦ ਨਹੀਂ ਚੱਖਿਆ, ਐਮਐਲਏ ਬਣ ਗਿਆ, ਸਿਰਫ ਸਹੁੰ ਚੁੱਕ ਕੇ ਘਰਾਂ ਨੂੰ ਮੁੜ ਆਏ ਆ, ਜਾਂ ਐਮਐਲਏ ਹੋਸਟਲ ਜੋਗੇ ਰਹਿ ਗਿਆ, ਜਾਂ ਅਗਲੇ ਦਿਨ ਚ ਫਲੈਟ ਮਿਲ ਜਾਣਗੇ,
ਜਿੰਨਾ ਚਿਰ ਉਹਨਾਂ ਦੇ ਅੰਦਰ ਆਦਰਸ਼ਵਾਦ ਹੈ ਉਹਨਾਂ ਚਿਰ ਉਹ ਲੋਕ ਇਦਾਂ ਹੀ ਤਿਲ ਮਿਲਾਉਂਦੇ ਰਹਿਣਗੇ। ਪਰ ਮੈਂ ਦੂਜੀ ਗੱਲ ਜੇ ਵੀ ਮਨਵਿੰਦਰ ਸਿੰਘ ਗਿਆਸਪੁਰਾ ਵਾਲੀ ਆ, ਇਹ ਹਰਿਆਣੇ ਦੇ ਵਿੱਚ ਤੁਹਾਨੂੰ ਪਤਾ ਹੀ ਆ, ਔਰ ਉਹ ਪਿੰਡ ਦੇ ਵਿੱਚ ਜਿੱਥੇ ਸਮੂਹਿਕ ਕਤਲੇਆਮ ਜਾਂ ਬਾਕੀ ਗੱਲਾਂ ਹੁੰਦੀਆਂ ਰਹੀਆਂ ਉੱਥੋਂ ਨਿਕਲ ਕੇ ਆਉਂਦੇ ਆ। ਇਹ ਬੈਂਸ ਨਾਲ ਵੀ ਜਾਂਦੇ ਆ, ਬੈਂਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਆਉਂਦੇ ਆ। ਬੰਦੇ ਦੇ ਅੰਦਰ ਤੜਫ ਕਾਇਮ ਰਹਿੰਦੀ ਆ, ਗੁੱਸਾ ਲਗਾਤਾਰ ਉਹ ਕਰ ਰਿਹਾ। ਮੈਨੂੰ ਲੱਗਦਾ ਇਹ ਇੱਕ ਸੰਕੇਤ ਹੈ, ਇਹ ਤੋਂ ਹੋਰ ਵੀ ਲੋਕ ਇੰਸਪੀਰੇਸ਼ਨ ਦੇ ਰੂਪ ਦੇ ਵਿੱਚ ਜਾਂ ਇਸ ਐਮਐਲਏ ਤੋਂ ਕੁਝ ਨਾ ਕੁਝ ਪ੍ਰੇਰਨਾ ਲੈ ਕੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਲਈ ਵੀ ਆਉਂਦੇ ਦਿਨਾਂ 'ਚ 92 ਸਾਹਮਣੇ ਔਖੇ ਹੋਣਗੇ ਜੇ ਉਹਨਾਂ ਨੂੰ ਫਰੀडम ਨਹੀਂ ਦਿੱਤੀ ਜਾਂਦੀ, ਬੰਨ ਕੇ ਨਹੀਂ ਰੱਖੇ ਜਾਣੇ। ਇਹ ਦਿੱਲੀ ਨਹੀਂਗਾ। ਸਰਦਾਰ ਬਲਕਾਰ ਸਿੰਘ, ਤਸੀਰ ਦੀ ਮੈਂ ਗੱਲ ਕਰਦਾ ਸੀਗਾ, ਕੀ ਕਹਿੰਦੇ ਹੋ? ਪੰਜਾਬ ਦੀ ਮਿੱਟੀ ਚ ਅਣਖਾਂ ਦਾ ਬੀਜ ਪਿਆ ਜੇ? ਦੇਖੋ ਲਾਵਾ ਸਾਹਿਬ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਤੁਹਾਡਾ ਸਵਾਲ ਹੈ ਉਹਦਾ ਜਵਾਬ ਰਣਵੀਰ ਸਿੰਘ ਨੇ ਕਾਫੀ ਡਿਟੇਲ ਚ ਦੇ ਦਿੱਤਾ। ਮੈਂ ਸਿਰਫ ਇਹ ਐਡ ਕਰਨਾ ਚਾਹੁੰਦਾ ਇਹ ਗੱਲ ਕਿ ਜਿਵੇਂ ਜਿਹੜਾ ਪਾਵਰ ਕਲਚਰ ਹੈ ਨਾ, ਇਵੇਂ ਇੱਕ ਪਬਲਿਕ ਕਲਚਰ ਵੀ ਹੈ। ਪਬਲਿਕ ਕਲਚਰ ਵਿੱਚ ਆਪ ਨੂੰ ਤਾਂ ਤਾਕਤ ਹੁਣ ਮਿਲੀ ਹੈ। ਜਿਵੇਂ ਵੀਰ ਸਿੰਘ ਨੂੰ ਕਹਿੰਦੇ ਪਬਲਿਕ ਕਲਚਰ ਤੋਂ ਆਏ ਹੋਏ ਨੇ ਉਹਨਾਂ ਨੂੰ ਤੇ ਅਪੋਜ਼ ਕਰਨਾ ਆਉਂਦਾ ਹੈ। ਇਹ ਅਪੋਜੀਸ਼ਨ ਦੀ ਪਾਰਟੀ ਜਿਹੜੀ ਹੈ ਪਾਵਰ ਚ ਆਈ ਹੋਈ ਹੈ, ਅਜੇ ਤੱਕ ਉਹ ਅਪੋਜੀਸ਼ਨ ਦਾ ਸਵਾਦ ਤਿਆਗ ਨਹੀਂ ਪਾ ਰਹੇ। ਨਾ ਉਹ ਪਾਵਰ ਵਾਲਾ ਕਲਚਰ ਅਡਾਪਟ ਕਰ ਪਾ ਰਹੇ ਨੇ ਤੇ ਨਾ ਉਹਨਾਂ ਨੂੰ ਆਗਿਆ ਦਿੱਤੀ ਜਾ ਰਹੀ ਵੀ ਅਪੋਜੀਸ਼ਨ ਵਾਲਾ ਜਿਹੜਾ ਕਲਚਰ ਕਰ। ਗਿਆਸਪੁਰ ਵਰਗੇ ਜਿਹੜੇ ਘਟਨਾਵਾਂ ਨੇ ਇਹ ਇੱਕੜ ਦੁੱਕੜ ਵਾਪਰੀਆਂ ਨੇ। ਵੈਸੇ ਤੁਸੀਂ ਦੇਖੋ ਕਿ ਕਲਚਰ ਕੀ ਵਾਪਰਦਾ। ਤੁਸੀਂ ਅਖਬਾਰ ਚੁੱਕੋ ਤੇ ਵੱਡੇ ਪੇਜ ਤੇ ਲੱਗੀ ਹੁੰਦੀ 27,454 ਉਸ ਮਤਲਬ ਨੌਕਰੀਆਂ ਜਿਹੜੀਆਂ ਨੇ ਦੇਣੀਆਂ ਤੇ ਉਦੋਂ ਦੇਵਨ ਤੋਂ ਕਹਿ ਰਹੇ ਨੇ। ਜਦੋਂ ਦੇਣੀਆਂ ਦੇ ਦਿਓ, ਉਹਨੂੰ ਐਡਵਰਟਾਈਜ਼ ਕਰੋ ਨਾ, ਕੋਈ ਗੱਲ ਨਹੀਂ। ਹੁਣ ਉਹ ਕਿਸਾਨੀ ਦੇ ਖੇਤਰ ਵਿੱਚ 13 ਨੇ, ਉਹਦਾ ਲੋਕਾਂ ਨੂੰ ਕੀ ਫਾਇਦਾ ਹੋਏਗਾ? ਮੇਰਾ ਮਤਲਬ ਇਹ ਹੈ ਕਿ ਪਾਵਰ ਜਿਹੜੀ ਆ ਪਾਵਰ ਵਾਂਗ ਚੱਲ ਰਹੀ ਹੈ। ਅਜੇ ਤੱਕ ਉਹਨਾਂ ਦੇ ਪੈਰ ਪੂਰ ਜਿਹੜੇ ਇੱਧਰ ਲੱਗ ਨਹੀਂ ਨੇ, ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਉਹ ਨਵੇਂ ਆਏ ਨੇ ਤੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਪਰ ਮੌਕਾ ਉਹ ਤੇ ਆਪਣੇ 92 ਜਿਹੜੇ ਆਏ ਨੇ ਉਹਨਾਂ 'ਚ ਬੰਦੇ ਦੇਖੋ, ਤੁਸੀਂ 92 ਪਛਾਣੇ ਨਹੀਂ ਜਾਂਦੇ। ਸਾਨੂੰ ਪਤਾ ਹੀ ਨਹੀਂ 92 ਕਿਹੜੇ ਨੇ, ਕਿਉਂਕਿ ਐਕਟਿਵ ਜਿਹੜੇ ਨੇ ਉਹਨੇ ਕੀ ਨੇ ਜਿੰਨੇ ਅੱਗੇ ਆ ਗਏ ਨੇ ਉਹੀ ਚੱਲ ਰਹੇ ਨੇ। ਜਾਂ ਮਤਲਬ ਇਸ ਕਰਕੇ ਮੈਂ ਇਹ ਕਹਿਣਾ ਇਹ ਚਾਹੁੰਦਾ ਕਿ ਅਜੇ ਕੋਈ ਚੇਂਜ ਨਹੀਂ ਆਈ। ਚੇਂਜ ਲਿਆਉਣ ਦੀਆਂ ਸੰਭਾਵਨਾਵਾਂ ਜਿਹੜੀਆਂ ਲੈ ਕੇ ਆਏ ਸਨ ਉਹਦੇ ਵਾਸਤੇ ਹਾਲਾਤ ਕਿਹੋ ਜਿਹੇ ਪੈਦਾ ਹੁੰਦੇ ਨੇ, ਕਿਹੋ ਜਿਹੇ ਨਹੀਂ ਪੈਦਾ ਹੁੰਦੇ, ਮਤਲਬ ਹੋਰ ਸਾਰੇ ਪਾਸਿਆਂ ਤੇ ਕਿਸੇ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਮੇਰੇ ਵਰਗਾ ਬੰਦਾ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਲੈਣਾ ਚਾਹੁੰਦਾ, ਮੈਨੂੰ 1 ਮਹੀਨਾ ਹੋ ਗਿਆ ਮਤਲਬ ਫਿਰਦੇ ਨੇ, ਤੇ ਹੁਣ ਜਦੋਂ ਮੈਨੂੰ ਉਹ ਕਹਿਣ ਲੱਗੇ ਜੀ ਤੁਹਾਨੂੰ ਦਵਾ ਲੈਂਦੇ ਆ, ਤੇ ਉਦੋਂ ਪਟਵਾਰੀਆਂ ਨੇ ਹੜਤਾਲ ਕਰਤੀ। ਪਟਵਾਰੀਆਂ ਨੇ ਹੜਤਾਲ ਕਰ ਕੀਤੀ। ਤੁਹਾਨੂੰ ਪਤਾ ਹੈ ਪਬਲਿਕ ਦਾ ਹਾਲ ਇਹ ਹੈ ਕਿ ਕੋਈ ਕੰਟਰੋਲ ਨਹੀਂ, ਕੋਈ ਸ਼ਿਕਾਇਤ ਨਹੀਂ, ਕੋਈ ਕਿਸੇ ਨੂੰ ਕੁਛ ਨਹੀਂ ਕਹਿ ਸਕਦਾ। ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਉਹਨਾਂ ਕੋਈ ਕਸੂਰ ਨਹੀਂ ਉਹਨਾਂ ਦਾ ਪਟਵਾਰੀ ਨਾਲ। ਉਹ ਕਹਿੰਦੇ ਜੀ ਮੈਂ ਤੁਹਾਡੇ ਕਹੇ ਤੋਂ ਹੀ ਚਲੇ ਜਾਈਏ, ਤੁਸੀਂ ਤੇ ਚਲੋ ਚਲੇ ਜਾਵਾਂਗਾ ਤੁਹਾਡੇ ਕਹੇ ਤੋਂ, ਪਰ ਫਿਰ ਯੂਨੀਅਨ ਵਾਲੇ ਸਾਡਾ ਜਿਹੜਾ ਹਾਲ ਕਰਨਗੇ ਉਹ ਕੌਣ ਚੱਲੇਗਾ? ਮੈਂ ਕਿਹਾ ਵੀ ਕੋਈ ਨਹੀਂ ਭਾਈ, ਮੈਂ ਹੀ ਚੱਲ ਲੈਣਾ, ਤੁਸੀਂ ਕਰ। ਇਹਦਾ ਮਤਲਬ ਇਹ ਹੈ ਕਿ ਕਿਤੇ ਕੋਈ ਕੰਮ ਉਸ ਤਰ੍ਹਾਂ ਸਮੂਥਲੀ ਨਹੀਂ ਹੋ ਰਿਹਾ। ਮਿਨਿਸਟਰ ਜਿਹੜੇ ਨੇ ਉਹਨਾਂ ਦੀ ਭੀੜ ਵਿੱਚ ਕਿਸੇ ਨੂੰ ਗੱਲ ਨਹੀਂ ਸੁਣ ਰਹੀ। ਮੈਨੂੰ ਡਾਕਟਰ ਬਲਕਾਰ ਸਿੰਘ, ਮੈਨੂੰ ਇਹ ਦੱਸਿਓ ਕਿ ਤੁਹਾਡਾ ਅਨੁਭਵ ਕੀ ਕਹਿ ਰਿਹਾ? ਹਾਲਾਂਕਿ ਤੁਸੀਂ ਕੋ ਅੰਦਰ ਤਾਂ ਹੈ ਨਹੀਂ ਸਰਕਾਰ ਦੇ, ਫਿਰ ਵੀ ਦੂਰੋਂ ਬਹਿ ਕੇ ਤੁਹਾਡਾ ਅਨੁਭਵ ਕੀ ਕਹਿ ਰਿਹਾ ਕਿ ਇਹਨਾਂ ਲਈ ਅਫਸਰਸ਼ਾਹੀ ਇੱਕ ਹਾਰਡਲ ਬਣ ਗਈ ਆ? ਉਹਨੇ ਇਹਨਾਂ ਨੂੰ ਇਹਨਾਂ ਦੀਆਂ ਸੀਮਾਵਾਂ ਦੱਸਤੀਆਂ ਨੇ। ਪੰਜਾਬ ਦਾ ਜਿਹੜਾ ਆਰਥਿਕ ਪਹਿਲੂ ਆ ਉਹ ਅੱਗੇ ਆੜੇ ਆ ਰਿਹਾ, ਜਾਂ ਵਿਲ ਪਾਵਰ ਦੀ ਕਮੀ ਆ ਪਹਿਲਿਆਂ ਵਾਂਗ, ਜਾਂ ਅਜੇ ਉੱਪਰੋਂ ਹਰੀ ਝੰਡੀ ਨਹੀਂ ਮਿਲ ਰਹੀ? ਕਿਉਂ ਨਹੀਂ ਉਨੀ ਤੇਜ਼ੀ ਨਾਲ ਤੁਹਾਡੀ ਨਜ਼ਰ ਤੋਂ? ਮੈਨੂੰ ਤਾਂ ਲੱਗਦਾ ਵੈਸੇ ਸਰਕਾਰ ਤੇਜ਼ੀ ਨਾਲ ਚੱਲ ਰਹੀ ਹੈ, ਪਰ ਤੁਹਾਨੂੰ ਲੱਗਦਾ ਜੇ ਨਹੀਂ ਚੱਲ ਰਹੀ ਤੇ ਕਿਉਂ ਨਹੀਂ ਚੱਲ ਰਹੀ? ਕੀ ਕਾਰਨ ਗਣਾਉਂਦੇ ਹੋ? ਉਹਦੇ 3-4 ਕਾਰਨ ਨੇ। ਨੰਬਰ 1 ਤੇ ਦਿੱਲੀ ਹੈ। ਦਿੱਲੀ ਡਾਇਰੈਕਟ ਬੈਠੇ ਜਾਂ ਇਨਡਾਇਰੈਕਟ ਬੈਠੇ ਉਹ ਵੀ ਅਫੈਕਟ ਕਰ ਰਹੀ ਹੈ। ਭਾਵੇਂ ਇਸ ਵੇਲੇ ਭਗਵੰਤ ਮਾਨ ਜਿਹੜਾ ਬਹੁਤ ਪਾਵਰਫੁਲ ਹੈ, ਉਹ ਕੋਈ ਉਹਨੂੰ ਰੋਕਣ ਵਾਲਾ ਨਹੀਂ, ਪਰ ਕੇਜਰੀਵਾਲ ਹੋਣੀ ਜਿਹੜੇ ਨੇ ਉਹਨਾਂ ਦਾ ਟਰੈਕ ਰਿਕਾਰਡ ਜਿਹੜਾ ਰੋਕਦੇ ਨੇ। ਤੇ ਖੈਰੇ ਨੂੰ ਕਿਹੜੇ ਬਹਾਨੇ ਨਾਲ ਕੱਢਿਆ ਸੀ, ਛੋਟੇ ਭਾਈ ਨੂੰ ਕਿਹੜੇ ਬਹਾਨੇ ਨਾਲ ਕੱਢਿਆ ਸੀ, ਇਹੋ ਜਿਹੇ ਬਹਾਨੇ ਤਾਂ ਕਿਤੇ ਮਰਜ਼ੀ ਲੈ ਲਓ। ਇਸ ਕਰਕੇ ਇੱਕ ਤੇ ਉਹ ਕਾਰਨ। ਦੂਜਾ ਇਹ ਹੈ ਕਿ ਬਿਊਰੋਕ੍ਰੇਸੀ ਆਪਣੇ ਕਲਚਰ ਨਾਲ ਚੱਲਦੀ ਹੈ। ਬਿਊਰੋਕ੍ਰੇਸੀ ਇਹਨਾਂ ਦੇ ਅੰਡਰ ਨਹੀਂ ਹੈ। ਬਿਊਰੋਕ੍ਰੇਸੀ ਕੇਂਦਰ ਦੇ ਅੰਡਰ ਹੈ ਸਾਰੀ। ਇਹਨਾਂ ਦੇ ਇਹ ਟ੍ਰਾਂਸਫਰਾਂ ਕਰੀ ਜਾਂਦੇ, ਰੋਜ਼ ਕਰੀ ਜਾਂਦੇ ਨੇ ਬਸ। ਇਹ ਆਪਣੀ ਤਾਕਤ ਇਹ ਨਹੀਂ ਹੋਈਆਂ ਇਹਨਾਂ ਕੋਲ, ਹੋਰ ਤਾਂ ਕੁਛ ਨਹੀਂ ਕਰ ਸਕਦੇ। ਬਿਊਰੋਕ੍ਰੇਸੀ ਵੀ ਇਹ ਜਿਹੜਿਕਾ, ਸਾਧਨ ਵੀ ਢਿੱਕਾ ਨੇ। ਸਾਧਨ ਜਟਾਉਣੇ ਜਿਹੜੇ ਨੇ ਉਹ ਉਹਨਾਂ ਦੀ, ਇਹਨਾਂ ਨੂੰ ਪਤਾ ਵੀ ਆਹ ਸਾਧਨ ਜਟਾ ਲਾ ਕੇ ਭੱਜੇ ਫਿਰਦੇ ਨੇ ਮੁੰਡੇ। ਯੰਗ ਨੇ ਨਾ ਸਾਰੇ, ਬਹੁਤ ਭੱਜ ਰਹੇ ਕਰ ਰਹੇ ਨੇ, ਪਰ ਭੱਜਣਾ ਠੀਕ ਕਰ ਰਹੇ ਨੇ, ਆਊਟਪੁੱਟ ਨਹੀਂ ਹੋ ਰਹੀ ਉਹਦੀ ਕਿਸੇ ਵੀ ਖੇਤਰ ਵਿੱਚ। ਅਜੇ ਤੱਕ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਹ ਚੱਲ। ਜਿਵੇਂ ਹੁਣ ਮਤਲਬ ਫਰਜ਼ ਕਰੋ,
ਉਹ ਉਹਨਾਂ ਨੇ ਟਰਾਂਸਪੋਰਟ ਮਿਨਿਸਟਰ ਬਣਾਤਾ ਸੀ ਉਹਨੂੰ, ਜਿਹੜਾ ਅੱਜ ਕੱਲ੍ਹ ਪ੍ਰਧਾਨ ਹੈ ਕਾਂਗਰਸ ਦਾ, ਤੇ ਉਹਨੇ ਮਤਲਬ ਇੱਕ ਠੱਗੀ ਬੁਝਾਤੀ ਸੀ, ਦਿਸਣ ਲੱਗ ਪਿਆ ਸੀ ਨਾ। ਇੱਥੇ ਵੀ ਧਾਲੀਵਾਲ ਵਰਗੇ ਬੰਦੇ ਜਿਹੜੇ ਨੇ ਉਹ ਆਪਣੀ ਕਬਜ਼ਿਆਂ ਦੇ ਸਿਲਸਿਲੇ ਥੋੜੀ ਜਿਹੀ ਗੱਲ ਹਿਲ ਜੋ ਵਿਖਾ ਰਹੇ ਨੇ, ਉਹ ਆਪਣੇ ਤੌਰ ਤੇ ਵਿਖਾ ਰਹੇ, ਪਰ ਸਰਕਾਰ ਕਲੈਕਟਿਵ ਤੌਰ ਤੇ ਬਿਊਰੋਕ੍ਰੇਸੀ ਨੂੰ ਨਾਲ ਲੈ ਕੇ ਤੁਰਨ ਵਾਲੀ ਗੱਲ ਜਿਹੜੀ ਹੈ ਜੇ ਨਹੀਂ ਕਰ ਰਹੀ। ਪਟਵਾਰੀ ਯਾਰ ਵੱਡੀ ਲੈਂਦਾ ਫੜਿਆ ਗਿਆ ਤੇ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ। ਵਿਜੀਲੈਂਸ ਜਿਹੜੀ ਹੈ ਨਾ ਉਹ ਉਹਨੂੰ ਕਰ ਰਹੀ ਹੈ ਨਾ, ਵਿਜੀਲੈਂਸ ਤੇ ਆਪਣੇ ਸੀਮਾਵਾਂ ਚੱਲਣਾ ਨਾ। ਜੇ ਜਿੱਥੋਂ ਤੱਕ ਮਤਲਬ ਹਮੀਰ ਸਿੰਘ ਕੋਈ ਮਾਫੀਆ ਦੀ ਗੱਲ ਕਰ ਰਿਹਾ ਸੀ, ਮਾਫੀਆ ਲੋਕਲ ਨਹੀਂ ਹੁੰਦਾ। ਜਦੋਂ ਟੈਲੀਫੋਨ ਤੇ ਨਸ਼ਾ ਮਿਲਣਾ ਹੈ ਤੇ ਉਹ ਤੇ ਜਾ ਕੇ ਕਲਕੱਤੇ ਵੀ ਮਿਲ ਜੂਗਾ। ਜੀ ਜੀ, ਮੈਂ ਸਰਦਾਰ ਬਲਕਾਰ ਸਿੰਘ, ਆਪਾਂ ਮੁੜ ਕੇ ਆਉਂਦੇ ਇਸੇ ਗੱਲ ਤੇ। ਮੈਂ ਸਰਦਾਰ ਹਮੀਰ ਸਿੰਘ ਕੋਲ ਇੱਕ ਛੋਟਾ ਜਿਹਾ ਇੱਕ ਨੁਕਤਾ ਲੈ ਲਵਾਂ ਇੱਥੋਂ, ਇੱਕ ਸਪਸ਼ਟੀਕਰਨ ਜਿਹਾ ਹੀ ਆ, ਕਿਉਂਕਿ ਇਹ ਸੀਨੀਅਰ ਨੇ ਤੇ ਸੱਤਾ ਦੇ ਗਲਿਆਰਿਆਂ ਦੇ ਆਸ-ਪਾਸ ਨੇ। ਮੈਨੂੰ ਸਰਦਾਰ ਹਮੀਰ ਸਿੰਘ ਇਹ ਜ਼ਰੂਰ ਦੱਸੋ ਕਿ ਜਦੋਂ ਗਿਆਸਪੁਰਾ ਇਹ ਭਾਸ਼ਾ ਵਰਤ ਰਿਹਾ, ਇਹਦਾ ਮਤਲਬ ਹੈ ਕਿ ਉਸ ਮੀਟਿੰਗ ਤੋਂ ਬਾਅਦ ਜਾਂ ਮੁੱਖ ਮੰਤਰੀ ਨਾਲ 1-to-1 ਮੀਟਿੰਗ ਤੋਂ ਬਾਅਦ ਉਹਨਾਂ ਦੀ ਤਸੱਲੀ ਨਹੀਂ ਹੋਈ ਹੋਊਗੀ, ਤਾਂ ਉਹਨਾਂ ਨੇ ਆਣ ਕੇ ਕਿਹਾ ਵੀ ਇਹ ਐਮਐਲਏਸ਼ਿਪ ਜੋਤੀ ਦੀ ਨੋਕ ਤੇ ਆ, ਰਹੇ ਨਾ ਰਹੇ, ਜਿਸ ਕੰਮ ਲਈ ਆਏ ਆ ਲੜਾਂਗੇ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਅੰਦਰ ਤਸੱਲੀ ਉਨੀ ਨਹੀਂ ਮਿਲੀ, ਜਾਂ ਉਹਨਾਂ ਦੇ ਕਹੇ ਤੇ ਉਹ ਮਸਲੇ ਹੱਲ ਨਹੀਂ ਹੋਏ, ਜਿਹੜਾ ਉਹਨਾਂ ਨੂੰ ਬਾਹਰ ਆ ਕੇ ਬਾਹਰੋਂ ਸੰਦੇਸ਼ ਦੇਣਾ ਪਿਆ ਆਪਣੀ ਪਾਵਰ ਨੂੰ। ਮੈਨੂੰ ਇਹ ਲੱਗਦਾ ਕਿਉਂਕਿ ਉਹ ਮੀਟਿੰਗ ਤੋਂ ਬਾਹਰ ਆ ਕੇ ਕਹਿ ਰਹੇ ਨੇ, ਇਹਦਾ ਮਤਲਬ ਨਹੀਂ ਸੁਣਵਾਈ ਪ੍ਰੋਪਰ ਤਰੀਕੇ ਨਾਲ ਜੋ ਮਹਿਸੂਸ ਕਰਦੇ ਹੋਣਗੇ ਕਿ ਇਹੋ ਜਿਹਾ ਐਕਸ਼ਨ ਹੋਏਗਾ ਤੁਰਤ ਉਹ ਨਹੀਂ ਹੋਇਆ। ਔਰ ਆਪਾਂ ਨੂੰ ਇਹ ਵੀ ਪਤਾ ਹੈ ਕਿ ਅਧਿਕਾਰੀ ਵੀ ਕਿਸੇ ਨਾ ਕਿਸੇ ਬਹਾਨੇ ਚੜਾਉਂਦੇ ਹੋਣਗੇ ਜ਼ਰੂਰ, ਵੀ ਹੁਣ ਕੀ ਕਰ ਲਿਆ ਤੇ ਅਸੀਂ ਤਾਂ ਐਵੇਂ ਹੀ ਕਰ ਰਹੇ ਆ। ਇਹ ਵੀ ਬੰਦੇ ਨੇ ਫੀਲਡ 'ਚ ਜਾਣਾ ਹੈ, ਔਰ ਜਿਹੜੇ ਲੋਕਾਂ ਨੂੰ ਉਹ ਕਹਿ ਕੇ ਆਇਆ ਹੁੰਦਾ ਵੀ ਕੋਈ ਗੱਲ ਨਹੀਂ ਅੱਜ ਤਾਂ ਮੈਂ ਇਹ ਕਰਕੇ ਆਊਂਗਾ, ਉਹ ਲੋਕ ਵੀ ਤਾਂ ਜਵਾਬ ਦੇ ਅਪਰਾਲ ਐਮਐਲਏ ਨੇ ਤਾਂ ਜਨਰਲੀ ਜਾਣਾ ਹੀ ਆ ਲੋਕਾਂ ਦੇ ਵਿੱਚ, ਕਿਤੇ ਨਾ ਕਿਤੇ ਜਾਊਗਾ ਤੇ ਨੇੜਲੇ ਬੰਦੇ ਵੀ ਪੁੱਛ ਲੈਂਦੇ ਨੇ ਕਿ ਕੀ ਹੋਇਆ ਕੀ ਨਹੀਂ। ਉਹਨਾਂ ਦੀ ਜ਼ੁਬਾਨ ਦੀ ਜਿਹੜੀ ਥੋੜੀ ਤਲਖੀ ਹੈ ਨਾ, ਇਹਦੇ ਚੋਂ ਇਹ ਲੱਗ ਰਿਹਾ ਕਿ ਉਹ ਅਹਿਸਾਸ ਇਹ ਕਰ ਰਹੇ ਨੇ ਕਿ ਨਹੀਂ ਜੋ ਚਾਹੁੰਦੇ ਸੀ ਉਹ ਕਾਰਵਾਈ ਮਤਲਬ ਪ੍ਰਸ਼ਾਸਨਿਕ ਤੌਰ ਤੇ ਨਹੀਂ ਹੋ ਰਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਦੂਜੀ ਗੱਲ, ਪ੍ਰਸ਼ਾਸਨਿਕ ਮਤਲਬ ਆਮ ਆਦਮੀ ਪਾਰਟੀ ਤੋਂ ਇਹ ਲੱਗਦਾ ਸੀ ਕਿ ਇਹ ਬਹੁਤ ਵੱਡਾ ਢਾਂਚਾਗਤ ਫਰਕ ਭਾਵੇਂ ਨਹੀਂ ਪਾ ਸਕਦੀ, ਇਨਕਲਾਬ ਕਹਿਣ ਨਾਲ ਇਨਕਲਾਬ ਨਹੀਂ ਹੁੰਦਾ, ਮਤਲਬ ਢਾਂਚਾ ਉਥਲ ਪੁਥਲ ਕਰ ਦੋ, ਉਹ ਨਹੀਂ ਹੋਣਾ, ਪਰ ਗਵਰਨੈਂਸ ਰਿਫਾਰਮ ਕੁਝ ਨਾ ਕੁਝ ਜ਼ਰੂਰ ਕਰ ਸਕਦੇ ਆ, ਇੰਨੀ ਕੁ ਉਮੀਦ ਇਹਦੇ ਤੋਂ ਸੀ। ਪਰ ਉਹ ਗਵਰਨੈਂਸ ਰਿਫਾਰਮ ਵੀ ਅਜੇ ਤੱਕ ਹੁੰਦੇ ਨਹੀਂ ਦਿੰਦੇ, ਮਤਲਬ ਉਹ ਉਸ ਪਾਸੇ ਜਿਹੜੇ ਪ੍ਰਸ਼ਾਸਨਿਕ ਸੁਧਾਰ ਨੇ ਨਾ ਥੋੜੇ ਜਿਹੇ ਕਿ ਸਟ੍ਰੀਮਲਾਈਨਿੰਗ ਹੋ ਜਾਏ ਇਸ ਤਰੀਕੇ ਦੀ, ਉਹਦੇ ਚ ਵੀ ਅਜੇ ਕਿਤੇ ਐਵੇਂ ਨਜ਼ਰ ਨਹੀਂ ਆਉਂਦਾ। ਕਾਰਨ ਇੱਕ ਹਾਇਰਾਰਕੀ ਹੁੰਦੀ ਹੈ, ਯੂਨਿਟੀ ਆਫ ਕਮਾਂਡ, ਕਿ ਚੱਲਣੀ ਕਿਹਦੀ ਹੈ। ਪਬਲਿਕ ਐਡਮਿਨਿਸਟ੍ਰੇਸ਼ਨ ਦਾ ਸਭ ਤੋਂ ਬੇਸਿਕ ਫੰਡਾ ਹੁੰਦਾ ਹੈ ਕਿ ਸਾਹਮਣੇ ਵਾਲੇ ਬੰਦਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹਨੇ ਕਿਹਦਾ ਹੁਕਮ ਮੰਨ ਲੈਣਾ ਤੇ ਕਿਹਦਾ ਨਕਾਰ ਦੇਣਾ। ਜੇ ਪ੍ਰਸ਼ਾਸਨਿਕ ਤੌਰ ਤੇ ਦੇਖਿਆ ਜਾਏ ਤਾਂ ਐਸਐਸਪੀ ਨੂੰ ਪਤਾ ਹੋਣਾ ਚਾਹੀਦਾ ਕਿ ਡੀਜੀਪੀ ਦਾ ਹੁਕਮ ਮੰਨਣਾ ਹੈ, ਤਾਂ ਡੀਸੀ ਨੂੰ ਪਤਾ ਹੋਣਾ ਚਾਹੀਦਾ ਚੀਫ ਸੈਕਟਰੀ ਦਾ ਵੀ ਹੁਕਮ ਮੰਨਣਾ ਹੈ, ਬਾਕੀਆਂ ਦਾ ਨਹੀਂ। ਜੇ ਉਹਨਾਂ ਨੂੰ ਇਹ ਹੋ ਜਾਏ ਵੀ ਇਹਨਾਂ ਦਾ ਮੰਨੋ ਨਾ ਮੰਨੋ, ਹੁਕਮ ਕਿਧਰੋਂ ਹੋਰ ਵੀ ਆ ਸਕਦਾ, ਇਦੋਂ ਪਾਵਰਫੁਲ ਉਧਰੋਂ ਮੰਨਿਆ ਜਾ ਸਕਦਾ, ਇਧਰੋਂ ਮੰਨਿਆ ਜਾ ਸਕਦਾ, ਤਾਂ ਉਹ ਕੀ ਕਰਨਗੇ ਉੱਚ ਅਹੁਦਿਆਂ ਤੇ ਬੈਠੇ ਬੰਦੇ। ਪ੍ਰਸ਼ਾਸਨਿਕ ਤੌਰ ਤੇ ਚਾਹੇ ਉੱਚ ਅਹੁਦੇ, ਜਦੋਂ ਮਲਟੀਪਲ ਪਾਵਰ ਸੈਕਟਰ ਹੋ ਜਾਂਦੇ ਨੇ ਕਿਸੇ ਵੀ ਮਾਮਲੇ ਦੇ ਵਿੱਚ। ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ 2002 ਤੋਂ 7 ਦੀ ਸਰਕਾਰ, ਕਿਉਂ ਉਹਦੇ ਕਰਕੇ ਅਮਰਿੰਦਰ ਸਿੰਘ ਦਾ ਕੱਦ ਵੱਡਾ ਹੋਇਆ ਸੀ, ਕਿਉਂਕਿ ਬਹੁਤ ਕਲੀਅਰ ਪਤਾ ਸੀ ਕਿ ਕਿੱਥੋਂ ਮੈਸੇਜ ਆਉਣਾ ਤੇ ਕਿਹੜਾ ਮੰਨਣਾ ਹੈ ਜੀ। ਔਰ ਐਸ ਸਰਕਾਰ ਚ ਅਮਰਿੰਦਰ ਸਿੰਘ ਦੀ ਚ ਪਤਾ ਹੀ ਨਹੀਂ ਲੱਗਦਾ ਸੀ, 4-5 ਸੈਂਟਰ ਸੀਐਮਓ ਚ ਬੜੇ ਬੈਠੇ ਸੀ, ਕਿਹਦਾ ਫੋਨ ਆ ਗਿਆ, ਦੂਜੇ ਦਾ ਰੱਦ ਹੋ ਗਿਆ, ਤੀਜੇ ਦਾ ਹੋ ਗਿਆ, ਚੌਥੇ ਦਾ ਹੋ ਗਿਆ। ਉਹੀ ਹਾਲ ਮੈਨੂੰ ਲੱਗਦਾ ਆਪ ਦੀ ਅਜੇ ਕਲੈਰਿਟੀ ਉਹ ਨਹੀਂ ਹੋਈ ਕਿ ਪਾਵਰ ਸੈਂਟਰ ਕਿੱਥੇ ਨੂੰ ਮੰਨਣਾ ਹੈ, ਕਿਹਦੀ ਗੱਲ ਸੁਣੀ ਜਾਣੀ ਹੈ, ਪ੍ਰਸ਼ਾਸਨਿਕ ਤੌਰ ਤੇ ਕਿਹਦਾ ਕਿਹੜਾ ਅਧਿਕਾਰੀ ਹੈ, ਕਿਹਦੀ ਮੰਨਣੇ। ਜੇ ਤਾਂ ਹਾਇਰਾਰਕੀ ਇਹ ਹੁੰਦੀ ਹੈ ਕਿ ਐਡਮਿਨਿਸਟ੍ਰੇਸ਼ਨ ਚ ਤੁਸੀਂ ਜਿਹੜੇ ਟਾਪ ਅਹੁਦੇ ਨੇ ਉਹਦੇ ਮੁਤਾਬਕ ਹੀ ਕੰਮ ਦਿੰਦੇ ਹੋ ਤੇ ਆਪਦਾ ਬੰਦਾ ਲਾ ਲਓ। ਇਹ ਨਹੀਂ ਕਿ ਤੁਸੀਂ ਆਪਦਾ ਨੋਡਲ ਅਫਸਰ ਬਿਠਾ ਲਿਆ, ਤੁਸੀਂ ਕੋਈ ਤੀਜਾ ਓਐਸਡੀ ਬਿਠਾ ਲਿਆ, ਚੌਥਾ ਕੁਝ ਜੂਨੀਅਰ ਬੰਦੇ ਹੋਰ ਬਿਠਾ ਲਏ, ਕੰਮ ਉਹਨਾਂ ਦੇ ਥਰੂ ਲਾਓਗੇ ਤੇ ਕਹੋਗੇ ਉੱਪਰਲੇ ਅਫਸਰ ਨੂੰ, ਅੱਧਾ ਤਾਂ ਅਨਮੰਨੇ ਮਨ ਨਾਲ ਕਰੂਗਾ, ਅੱਧਾ ਬਾਕੀ ਪੰਜਾਬ ਪੁਲਿਸ ਦੀ ਨੇਚਰ ਆਪਾਂ ਨੂੰ ਪਤਾ ਹੈ, ਪਿਛੋਕੜ ਆਪਾਂ ਨੂੰ ਸਾਰਾ ਕੁਝ ਪਤਾ ਕਿ ਉਹਦੇ ਕੋਲ ਬਹੁਤ ਖੇਡਾਂ ਨੇ, ਖੇਡਣ ਲਈ ਵੀ ਜੇਕਰ ਅਜੇ ਤੱਕ ਨਵੇਂ ਬੰਦਿਆਂ ਦੇ ਬਸ ਦੀ ਗੱਲ ਨਹੀਂ ਹੈ ਕਿ ਉਨੀਆਂ ਖੇਡ ਕਲਚਰ ਨੂੰ ਇਹ ਮਤਲਬ ਐ ਇੱਧਰ ਉੱਧਰ ਬਦਲ ਦੇਣਗੇ ਐਡੀ ਜਲਦੀ ਵਾਲਾ ਕੰਮ। ਇੱਥੇ ਇਸ ਲੈਵਲ ਦੇ ਘਾਗ ਬੰਦੇ ਬੈਠੇ ਨੇ ਜਿਹੜੇ ਮਿਲੀਟੈਂਸੀ ਚੋਂ ਬਹੁਤ ਕੁਝ ਕਰਕੇ ਆਏ ਨੇ ਇਹੋ ਜਿਹੇ ਮਾਹੌਲ ਦੇ ਵਿੱਚ, ਤੇ ਉਹਨਾਂ ਨੂੰ ਸਮਝਣਾ ਤੇ ਉਹਨਾਂ ਨਾਲ ਮਿਲ ਕੇ ਕੰਮ ਜਾਂ ਉਹਨਾਂ ਨੂੰ ਸਟ੍ਰੀਮਲਾਈਨ ਕਰਨਾ ਅਜੇ ਕਾਫੀ ਮੈਨੂੰ ਲੱਗਦਾ ਔਖਾ ਕੰਮ ਹੈ, ਸੌਖਾ ਨਹੀਂ ਹੈ ਐਡਾ ਜਿੰਨਾ ਲੱਗਦਾ ਸੀ। ਸ਼ਾਇਦ ਆਪ ਦੇ ਸ਼ਾਇਦ ਜੈਨੂਅਲੀ ਲੱਗਦਾ ਹੋਵੇ ਚੀਫ ਮਿਨਿਸਟਰ ਨੂੰ ਵੀ, ਬਾਕੀਆਂ ਨੂੰ ਵੀ ਅਸੀਂ ਜਾ ਕੇ ਕਰ ਲਾਂਗੇ।
ਅਜੇ ਹੁਣ ਅਹਿਸਾਸ ਸੱਦਿਆਂ ਨੂੰ ਇਹ ਸ਼ਬਦ ਦਾ ਹੁਣ ਪਤਾ ਲੱਗੂ ਡੀਪ ਸਟੇਟ ਕੋਈ ਹੁੰਦੀ ਹੈ। ਤੁਰੀ ਹੋਈ ਸਟੇਟ ਦੀ ਬਜਾਏ ਡੀਪ ਸਟੇਟ ਦਾ ਇੱਕ ਆਪਣਾ ਕਲਚਰ ਹੁੰਦਾ ਹੈ, ਆਪਣਾ ਇੱਕ ਮੁਹਾਵਰਾ ਹੁੰਦਾ ਹੈ। ਕੰਮ ਉਹਨੇ ਕਰਨੇ ਨੇ, ਕਿਸ ਤਰੀਕੇ ਨਾਲ ਕਰਨੇ ਨੇ, ਤੁਸੀਂ ਉਹਦੇ ਨਾਲ ਸਹਿਯੋਗ ਕਰਨਾ ਹੁੰਦਾ ਹੈ ਬੇਸਿਕਲੀ ਤਾਂ ਜਾ ਕੇ। ਇਹ ਕਾਫੀ ਵੱਡਾ ਇੱਕ ਅਜੇ ਸਿਸਟਮ ਹੈ। ਗੱਲ ਇਹ ਆ ਜਿਹੜੀ ਤੁਸੀਂ ਹਾਇਰਾਰਕੀ ਜਾਂ ਚੇਨ ਆਫ ਕਮਾਂਡ ਦੀ ਗੱਲ ਕਰਦੇ ਹੋ, ਤਾਂ ਹੀ ਸੰਭਵ ਹੈ ਕਿ ਇੱਕ ਮੁੱਖ ਮੰਤਰੀ, ਇੱਕ ਚੀਫ ਸੈਕਟਰੀ, ਇੱਕ ਡੀਜੀਪੀ, ਥੱਲੇ ਮੁੜ ਕੇ ਜ਼ਿਲ੍ਹਿਆਂ ਦੇ ਮੁਖੀ, ਉਹ ਪੁਲਿਸ ਮੁਖੀ ਤੇ ਪ੍ਰਸ਼ਾਸਨਿਕ ਮੁਖੀ ਡੀਸੀ ਦੇ ਰੂਪ ਚ, ਤੇ ਥੱਲੇ ਜੋ ਵੀ ਆ, ਥੱਲੇ ਉੱਤੇ ਤੱਕ ਇੱਕ ਢਾਂਚਾਗਤ ਸਿਸਟਮ ਹੁੰਦਾ ਹੈ ਜਿਹੜਾ ਚੱਲਦਾ ਵੀ ਰਿਹਾ। ਮੈਨੂੰ ਯਾਦ ਹੈ ਇੱਕ ਉੱਚ ਅਧਿਕਾਰੀ ਨੇ ਮੇਰੇ ਨਾਲ ਇਹ ਸਾਂਝ ਪਾਈ ਸੀ ਕਿ ਜਦੋਂ ਟੈਰਰਿਜ਼ਮ ਤੋਂ ਬਾਅਦ ਬੇਅੰਤ ਸਿੰਘ ਆਉਂਦੇ ਨੇ ਤਾਂ ਆਉਂਦਿਆਂ ਹੀ KPS ਗਿੱਲ ਉਦੋਂ ਪਾਵਰਫੁਲ ਬਹੁਤ ਸੀਗੇ, ਤੇ ਇੱਕ ਮੀਟਿੰਗ ਉਹਨਾਂ ਨੇ ਲਈ ਮਾਲਵੇ ਦੇ ਇੱਕ ਵੱਡੇ ਜ਼ਿਲ੍ਹੇ 'ਚ, ਇੱਕ ਉੱਥੇ ਵੱਡੀ ਜਗ੍ਹਾ ਦੇ ਉੱਤੇ, ਤੇ ਉੱਥੇ ਸਾਰੇ ਅਫਸਰ ਇਕੱਠੇ ਸੀ। ਕਹਿੰਦੇ ਜੀ ਇਹ ਤਾਂ ਹੁਣ ਕੀ ਹੋ ਗਿਆ, ਇਹ ਸਾਰੇ ਨਵੇਂ ਆ ਗਏ ਆ ਜੀ, ਇਹ ਤਾਂ ਪਾਵਰ ਸੈਂਟਰ ਬਦਲ ਕੇ ਹੁਣ ਕੀ ਆ। ਉਹ ਕਹਿੰਦੇ ਏਡੀ ਕਿਹੜੀ ਗੱਲ ਆ। ਉੱਥੋਂ ਫਿਰ ਕਹਿੰਦੇ ਲਬੇੜੋ ਰਣਨੀਤੀ ਨਿਕਲੀ ਵੀ ਸਾਰੇ ਹੀ ਲਬੇੜ ਦੋ ਹੌਲੀ ਹੌਲੀ, ਜੇ ਜਦੋਂ ਸਾਰੇ ਆਪਣੇ ਵਰਗੇ ਕਰ ਲੋਗੇ ਤਾਂ ਫਿਰ ਮੁੜ ਕੇ ਮੁਸ਼ਕਲ ਕਹਿੰਦੇ ਕਦੀ ਨਹੀਂ ਆਈ। ਪਹਿਲਾਂ ਸਰਦਾਰ ਬੇਅੰਤ ਸਿੰਘ ਹੋਣੀ, ਚਲੋ ਅੱਜ ਫੌਤ ਹੋ ਗਏ ਨੇ, ਪਹਿਲਾਂ ਉਹਨਾਂ ਨੂੰ ਬਹੁਤ ਮੁਸ਼ਕਲ ਸੀ, ਉਹ ਬੜੇ ਸਖਤ ਜਾਨ ਵੀ ਸੀਗੇ। ਹੌਲੀ ਹੌਲੀ ਉਹ ਆਪ ਵੀ KPS ਗਿੱਲ ਦੀਆਂ ਮੀਟਿੰਗਾਂ 'ਚ ਜਾਣ ਲੱਗ ਪਏ ਸੀਗੇ। ਸੋ ਲਬੇੜੋ ਰਣਨੀਤੀ ਦੇ ਵਿੱਚ ਵੀ ਬਹੁਤ ਕੁਝ ਹੁੰਦਾ। ਅਜੇ ਪਤਾ ਨਹੀਂ ਕਿੰਨੇ ਲਿਬੜਦੇ ਜੇ ਨਹੀਂ ਲਿਬੜਦੇ ਜਾਂ ਦਮ ਰੱਖਦੇ ਆ। ਪਰ ਮੈਂ ਸਰ ਮੁਸਕਰਾ ਰਹੇ ਨੇ ਡਾਕਟਰ ਬਲਕਾਰ ਸਿੰਘ, ਕੋਈ ਸ਼ਰਾਰਤ ਕਰਨ ਲੱਗੇ ਹੋ ਜੀ? ਵੈਸੇ ਸ਼ਰਾਰਤ ਫੱਬਦੀ ਬੜੀ ਹੁੰਦੀ ਆ ਤੁਹਾਡੇ ਵਰਗੇ ਸਰੂਪ 'ਚ, ਕੀ ਕਹਿੰਦੇ ਹੋ? ਸਾਡੇ ਫੋਕ ਵਿੱਚ ਇੱਕ ਕਹਾਣੀ ਪਈ ਹੈ ਤੇ ਉਹਨਾਂ ਨੇ ਕਿਹਾ, ਬਾਂਦਰ ਨੇ ਕਿਹਾ ਵੀ ਤੂੰ ਸ਼ੇਰ ਤੋਂ ਐਵੇਂ ਡਰੀ ਜਾਂਦਾ, ਮੈਨੂੰ ਬਣਾਓ ਤੁਸੀਂ। ਤੇ ਉਹਨਾਂ ਨੇ ਪੰਛੀਆਂ ਨਾਲ ਰਲ ਕੇ ਉਹਨੂੰ ਬਾਦਸ਼ਾਹ ਮੰਨ ਲਿਆ। ਤੇ ਉਦੋਂ ਸ਼ੇਰ ਸਾਹਮਣੇ ਆ ਗਿਆ। ਬਾਂਦਰ ਆਪਣੇ ਮਾੜੀ ਛਾਲ ਤੇ ਚੜ ਗਿਆ ਉੱਤੇ ਦਰਖਤੇ, ਤੇ ਕਦੇ ਚੜ ਜਾ, ਕਦੇ ਉੱਤਰ ਜਾ, ਕਦੇ ਚੜ ਜਾ, ਕਦੇ ਉੱਤਰ ਜਾ। ਉਹ ਕਹਿੰਦੇ ਕੁਝ ਕਰ ਵੀ, ਉਹ ਕਹਿੰਦਾ ਕਰਨ ਕੁਰਨ ਦਾ ਨਹੀਂ ਮੈਨੂੰ ਪਤਾ, ਪਰ ਮੈਂ ਭੱਜ ਰਿਹਾ, ਦੇਖੋ ਨਾ ਭੱਜਣ ਵਾਲੀ ਕੋਈ ਕਸਰ ਨਹੀਂ ਛੱਡੀ। ਸਰਦਾਰ ਹਮੀਰ ਸਿੰਘ ਜਿਹੜੇ ਅੱਜ ਸੁਖਬੀਰ ਬਾਦਲ ਨੇ ਇਸ ਗਵਰਨਮੈਂਟ ਨੂੰ ਬਰਖਾਸਤ ਕਰਨ ਦੀ ਮੰਗ ਗਵਰਨਰ ਕੋਲ ਰੱਖਤੀ ਹੈ ਆਪਣੇ ਸਿਪਾ ਸਲਾਰਾਂ ਦੇ ਨਾਲ, ਤੇ ਦੂਜੇ ਬੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ 11 ਨੂੰ ਪੰਥਕ ਇਕੱਤਰਤਾ ਸੱਦ ਲਈ ਆ ਬੰਦੀ ਸਿੱਖਾਂ ਦੀ ਰਿਹਾਈ ਲਈ। ਮੈਨੂੰ ਲੱਗਦਾ ਇੱਕ ਸੰਘਰਸ਼ੀ ਰੂਪ ਰੇਖਾ ਵੀ ਮਿਲ ਜੂਗੀ। ਅਕਾਲੀ ਪੋਲਿਟਿਕਸ ਸਰਗਰਮ ਹੋ ਰਹੀ ਆ, ਤੁਹਾਨੂੰ ਲੱਗਦਾ ਵੀ ਐਡੀ ਛੇਤੀ ਲੋਕ ਪ੍ਰਵਾਨਗੀ ਮਿਲ ਜਾਊ? ਮੈਨੂੰ ਲੱਗਦਾ ਕਿ ਕਾਫੀ ਲੰਮਾ ਸਮਾਂ ਜਿਹੜਾ ਬੇਦਾਵਾ ਰਿਹਾ ਅਕਾਲੀ ਪੋਲਿਟਿਕਸ ਤੋਂ, ਉਹ ਟਾਈਮ ਬੜਾ ਲੱਗ ਗਿਆ ਪਿਛਲੇ ਸਮੇਂ 'ਚ। ਜੇ 96 ਤੋਂ ਖਾਸ ਤੌਰ ਤੇ 96 ਤੋਂ ਆਪਾਂ ਕਹੀਏ, ਮੋਗਾ ਕਾਨਫਰੰਸ ਤੋਂ ਲੈ ਕੇ ਜਿਹੜਾ ਇੱਕ ਸੈਟਅਪ ਚੱਲਿਆ ਹੈ, ਇਹਨੂੰ ਤੁਰੰਤ ਕੁਝ ਵੀ ਸਵਾਰੇ ਬਿਨਾਂ ਅਸਲ 'ਚ ਦੁਬਾਰਾ ਉਹੀ ਭਰੋਸੇਯੋਗਤਾ ਚਾਹੁੰਦਾ ਅਕਾਲੀ ਦਲ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਹੜੀਆਂ ਗੱਲਾਂ ਲੋਕਾਂ ਨੂੰ ਚੁਭਦੀਆਂ ਨੇ, ਲੋਕਾਂ ਨੂੰ ਕੀ ਚੁਭੀਆਂ ਨੇ? ਲੋਕਾਂ ਨੂੰ ਚੁਭਦੀਆਂ ਨੇ ਕਿ ਜਥੇਦਾਰ ਅਕਾਲ ਤਖਤ ਇੱਕ ਪਾਰਟੀ ਦੇ ਪ੍ਰਧਾਨ ਮੁਤਾਬਕ ਕਿਉਂ ਚੱਲੇ। ਉਹਨਾਂ ਨੂੰ ਲੱਗਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਪਾਰਟੀ ਦੇ ਪ੍ਰਧਾਨ ਮੁਤਾਬਕ ਕਿਉਂ ਚੱਲੇ, ਪੂਰੀ ਪਾਰਟੀ ਇੱਕ ਪਰਿਵਾਰ ਮੁਤਾਬਕ ਕਿਉਂ ਚੱਲੇ। ਇਹ ਤਾਂ ਇਤਰਾਜ਼ ਨੇ ਬੇਸਿਕਲੀ ਲੋਕਾਂ ਦੇ, ਜਿਹੜੇ ਆਮ ਪਬਲਿਕ ਡੋਮੇਨ 'ਚ ਰਹੇ ਨੇ, ਬੜੇ ਲੰਮੇ ਸਮੇਂ ਤੋਂ ਰਹੇ ਨੇ, ਵੀ ਇਹਦੇ ਕਰਕੇ ਅਕਾਲੀ ਦਲ 'ਚ ਅੱਜ ਜਿਵੇਂ ਬ੍ਰਹਮਪੁਰਾ ਸਾਹਿਬ ਗਏ ਸੀ, ਬਾਅਦ 'ਚ ਵਾਪਸ ਆ ਗਏ, ਉਹ ਅਲੱਗ ਸਵਾਲ ਹੈ। ਢੀਂਡਸਾ ਸਾਹਿਬ ਗਏ, ਜਿੰਨੇ ਵੀ ਗਏ ਸਾਰੇ ਲੋਕ ਇਹੀ ਇੱਕ ਬੜਾ ਇਲਜ਼ਾਮ ਜੇਕਰ ਲਾ ਕੇ ਆਉਂਦੇ ਰਹੇ ਨੇ, ਤਾਂ ਉਹ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਲ ਸੀਗੀਆਂ। ਹੁਣ ਉਧਰ ਨੂੰ ਤੁਰਨ ਲਈ ਤਾਂ ਕੋਈ ਵੀ ਤਿਆਰ ਨਹੀਂ, ਬੰਦਾ ਵੀ ਕੋਈ ਨਹੀਂ। ਜਿਹਨੂੰ ਪੁੱਛਦੇ ਆ ਅਕਾਲੀ ਲੀਡਰ ਨੂੰ, ਕਹਿੰਦੇ ਤੁਸੀਂ ਹੋਰ ਦੱਸੋ ਹੈ ਵੀ ਕੌਣ ਹੈ, ਕਰੀਏ ਵੀ ਕੀ, ਤੇ ਬਾਕੀ ਚੀਜ਼ਾਂ ਨੇ ਤਾਂ ਫਿਰ ਨਾਲ ਜਾ ਕੇ ਇਹੀ ਕੰਮ ਕਰਨਾ ਪਏਗਾ। ਔਰ ਉਹਦੇ 'ਚ ਇਹ ਕਹਿੰਦੇ ਨੇ ਵੀ ਚਲੋ ਟੈਕਨੀਕੈਲਿਟੀ ਜੀ ਮਿਲ ਜੇ ਇੱਕ। ਹੁਣ ਇਹ ਤਾਂ ਟੈਕਨੀਕਲ ਤਕਨੀਕੀ ਇੱਕ ਮੁੱਦਾ ਹੈ ਕਿ ਓਥ ਜਿਹੜੀ ਹੈ ਕਾਨੂੰਨ ਦੇ ਨਜ਼ਰ ਦੇ ਵਿੱਚ ਉਹ ਤੋੜ ਰਹੇ ਨੇ ਅਸਲ 'ਚ ਇੱਕ ਤਰੀਕੇ ਨਾਲ MOU ਸਾਈਨ ਕਰਕੇ। ਸਾਡਾ ਔਰ ਪਾਕਿਸਤਾਨ ਦਾ ਨਾ ਇੱਕੋ ਤਰੀਕਾ ਹੈ। ਪਾਕਿਸਤਾਨ ਦੇ ਵਿੱਚ ਇਹੀ ਪੰਗਾ ਚੱਲਦਾ ਹੈ ਵੀ ਸੀਕ੍ਰੇਸੀ, ਉੱਥੇ ਵੀ 1923 ਦਾ ਸੀਕ੍ਰੇਸੀ ਐਕਟ ਹੈ ਕਿ ਇਮਰਾਨ ਖਾਨ ਨੇ ਉਹ ਤੋੜਿਆ ਕਿ ਨਹੀਂ ਤੋੜਿਆ, ਫਲਾਣੇ ਬੰਦੇ ਨੇ ਤੋੜਿਆ, ਉਹਨੂੰ ਅੰਦਰ ਕਰ ਦੇਣਾ ਚਾਹੀਦਾ ਹੈ, ਉਹਨੇ ਕਿਹਾ ਫਲਾਣੀ ਥਾਂ ਦੀ ਸਾਜ਼ਿਸ਼ ਹੋਈ। ਇਹ ਸਾਰੀ ਚੀਜ਼ ਨਾ, ਕਿਉਂਕਿ ਅਸੀਂ ਉਸੇ ਐਕਟ ਤਹਿਤ 100 ਲੈਂਦੇ ਆ ਐਕਚੁਅਲੀ, ਉੱਥੇ ਦੀ ਪਾਰਲੀਮੈਂਟ ਜਾਂ ਅਸੈਂਬਲੀਆਂ ਵੀ ਤੇ ਸਾਡੀਆਂ ਵੀ ਕਾਫੀ ਸਮੱਸਿਆਵਾਂ ਮਿਲਦੀਆਂ ਨੇ। ਪਰ ਇਹਦੇ 'ਚ ਜਿਹੜਾ ਸਵਾਲ ਆਉਂਦਾ ਅਕਾਲੀ ਦਲ ਦਾ, ਪਹਿਲਾਂ ਮੇਰੇ ਖਿਆਲ ਉਹਨਾਂ ਨੇ ਇੱਕ ਸਟ੍ਰੈਟਜੀ ਜ਼ਰੂਰ ਬਣਾਈ ਹੈ। ਪਹਿਲਾਂ ਜਥੇਦਾਰ ਸਾਹਿਬ ਤੋਂ ਇੱਕ ਹੁਕਮਨਾਮਾ ਲੈ ਲਿਆ ਕਿ ਸਾਨੂੰ ਤੁਸੀਂ ਡਾਇਰੈਕਟ ਕਰੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਫਿਰ ਅਗਲੇ ਦਿਨ ਪ੍ਰਧਾਨ ਸਾਹਿਬ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹੀ ਬਿਆਨ ਦਿੰਦੇ ਨੇ ਕਿ ਹਾਂ ਅਸੀਂ ਇਹੀ ਕਰਾਂਗੇ ਜੀ, ਮਤਲਬ ਪੰਥ ਨੂੰ ਇਕੱਠਾ ਕਰਕੇ ਅਸੀਂ ਲੜਾਈ ਲੜਾਂਗੇ। ਔਰ ਫਿਰ ਸ਼੍ਰੋਮਣੀ ਕਮੇਟੀ ਹੁਣ 11 ਤਰੀਕ ਨੂੰ 11 ਮਈ ਨੂੰ ਇੱਕ ਸੱਦ ਲੈਂਦੀ ਹੈ ਪੰਥਕ ਇਕੱਠ, ਜਥੇਬੰਦੀਆਂ ਦਾ ਇਕੱਠ ਜਿਹੜਾ ਉਸ ਪੱਧਰ ਦੇ ਉੱਤੇ ਹੈ। ਔਰ ਜਾਂਦਾ ਤਾਂ ਇਹ ਰਾਹ ਪੰਥਕ ਮਤਲਬ ਰਾਜਨੀਤੀ ਵਾਲੀ ਹੈ, ਔਰ ਜਿਹੜਾ ਉਹ ਲੈ ਕੇ ਜਾ ਰਹੇ ਨੇ।
ਹੁਣ ਇਹਦੇ ਚੋਂ ਭਰੋਸੇਯੋਗਤਾ ਹਾਸਲ ਕਰਨ ਦੀ ਜਿਹੜੀ ਗੱਲ ਹੈ ਇੱਕ ਬੜੇ ਵੱਡੇ ਪੱਧਰ ਦੇ ਉੱਤੇ, ਉਹ ਕਿਵੇਂ ਆਏਗੀ? ਦੋ ਗੱਲਾਂ ਇਹਦੇ 'ਚ ਹੋਰ ਵਾਪਰ ਗਈਆਂ ਇਸ ਸਮੇਂ ਦੌਰਾਨ। ਇੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਕਾਫੀ ਵੱਡਾ ਇੰਟੈਲੀਜੈਂਸੀਆ ਦਾ ਇੱਕ ਗਰੁੱਪ, ਚਾਹੇ ਉਹ ਬਾਹਰ ਹੋਣ ਚਾਹੇ ਇੱਥੇ ਹੋਣ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਵੀ ਮਨਜਿੰਦਰ ਸਿੰਘ ਸਿਰਸੇ ਦੇ ਰਾਹੀਂ ਕਾਫੀ ਹੱਦ ਤੱਕ ਨੇੜੇ ਲਾਉਣ ਦੀ ਟਰਾਈ ਕਰ ਰਿਹਾ, ਮਤਲਬ ਗਰੁੱਪ ਦੇ ਤੌਰ ਤੇ ਉਹ ਇੱਕ ਜਿਹੜਾ ਮਤਲਬ ਉਸ ਪੱਧਰ ਦਾ। ਹੁਣ ਉਹ ਪੰਥ ਦਾ ਵੀ ਅੱਧਾ ਕ੍ਰੈਡਿਟ ਤਾਂ ਬਹੁਤ ਮੈਂ ਬੋਲਦੇ ਸੁਣੇ ਨੇ ਮਹਾਰਾਸ਼ਟਰ ਤੋਂ ਇੱਕ ਸਾਬਕਾ ਡੀਜੀਪੀ ਕੱਲ ਕਿਤੇ, ਉਹ ਕਹਿੰਦੇ ਨੇ ਦੇਖੋ ਪ੍ਰਾਈਮ ਮਿਨਿਸਟਰ ਜਿੰਨੇ ਸਿੱਖਾਂ ਦੇ ਨੇੜੇ, ਪਹਿਲਾ ਪ੍ਰਾਈਮ ਮਿਨਿਸਟਰ ਹੈ, ਸਾਨੂੰ ਸੱਦਿਆ ਸੀ ਪਤਾ ਨਹੀਂ 24 ਬੰਦਿਆਂ ਨੂੰ, ਮੈਂ ਵੀ ਉਹਦੇ ਸ਼ਾਮਲ ਸੀ। ਮਤਲਬ ਉਹ ਉਹਨਾਂ ਨੂੰ ਚੰਗਾ ਲੱਗਦਾ ਕਈ ਬੰਦਿਆਂ ਨੂੰ ਵੀ ਹਾਂ ਅਸੀਂ ਗਏ ਆ ਤੇ ਇਸ ਪੱਧਰ ਦੇ ਉੱਤੇ ਜਾਂਦੇ ਆ, ਉਹ ਵੀ ਇੱਕ ਅੜਚਣ ਹੈ। ਪਰ ਬੇਸਿਕ ਅੜਚਣ ਸਿੱਖ ਮਾਈਂਡ ਸੈਟ ਦੀ ਹੈ, ਜਿਹੜੇ ਮਨੋਵਿਗਿਆਨ ਦੀ ਹੈ, ਕਿ ਕੀ ਉਹ ਅਜੇ ਵੀ ਇਹ ਸਾਰੀਆਂ ਗੱਲਾਂ ਦੇ ਨਾਲ ਤੁਸੀਂ ਸਿੱਖ ਸਿਧਾਂਤ ਤੇ ਜੇ ਚੱਲਣਾ, ਪਹਿਲਾਂ ਉੱਥੋਂ ਤਾਂ ਚੱਲਣਾ ਸ਼ੁਰੂ ਕਰੋਗੇ, ਪਹਿਲਾਂ ਗਲਤੀ ਮੰਨੋਗੇ, ਫਿਰ ਉਹ ਅਕਾਲੀਅਤ ਆਏਗੀ ਵਿੱਚ। ਅਕਾਲੀਅਤ ਕੀ ਹੈ? ਅਕਾਲੀ ਹਰ ਜ਼ੁਲਮ ਦੇ ਖਿਲਾਫ ਖੜਦਾ, ਫਿਰ ਤੁਹਾਨੂੰ ਦਿੱਲੀ ਦੇ ਬਲਡੋਜ਼ਰ ਦੇ ਖਿਲਾਫ ਵੀ ਬੋਲਣਾ ਪਏਗਾ, ਫਿਰ ਤੁਹਾਨੂੰ ਮੱਧ ਪ੍ਰਦੇਸ਼ ਤੇ ਯੂਪੀ ਤੇ ਜਿੱਥੇ ਵੀ ਕੋਈ ਜ਼ੁਲਮ ਹੋ ਰਿਹਾ ਉਹਦੇ ਤੇ ਵੀ ਮੰਨਣਾ ਪਏਗਾ, ਫਿਰ ਕਿਤੇ ਚੱਲਦੇ ਜਾਂਦੇ ਨਮਾਜ਼ ਪੜ੍ਹਨ ਤੋਂ ਰੋਕਣ ਵਾਲੇ ਬੰਦਿਆਂ ਦੇ ਹੱਕ 'ਚ ਹਾਂ ਦਾ ਨਾਰਾ ਵੀ ਮਾਰਨਾ ਪਏਗਾ। ਤੁਸੀਂ ਤੁਹਾਨੂੰ ਘੱਟ ਕਰਦੇ, ਅਕਾਲੀ ਦਲ ਨੇ 75 ਦੇ ਵਿੱਚ ਅਕਾਲੀਆਂ ਨੂੰ ਇੰਦਰਾ ਗਾਂਧੀ ਨੇ ਕਿਹਾ ਵੀ ਤੁਸੀਂ ਆਪਣਾ ਰਾਜ ਸਾਂਭੋ, ਜੋ ਮਰਜ਼ੀ ਕਰੋ, ਤੁਸੀਂ ਕਿਉਂ ਪੰਗਾ ਲੈਂਦੇ ਹੋ? ਉਹ ਕਹਿੰਦੇ ਗੁਰੂ ਦਾ ਸਿਧਾਂਤ ਹੈ, ਇਸ ਕੱਲਾ ਸਾਡੇ ਰਾਜ ਦਾ ਸਵਾਲ ਨਹੀਂ ਹੈ। 19 ਮਹੀਨੇ ਮੋਰਚਾ ਚੱਲਿਆ ਕੇਵਲ ਪੰਜਾਬ ਤੋਂ ਐਮਰਜੈਂਸੀ ਦੇ ਖਿਲਾਫ। ਉਹ ਅਪਰੋਚ, ਉਹ ਦ੍ਰਿੜਤਾ, ਉਹ ਇੱਕ ਇਸ ਲੈਵਲ ਦਾ ਵਿਜ਼ਨ ਜਾਂ ਨਜ਼ਰੀਆ ਅਪਣਾ ਕੇ ਹੀ ਕੋਈ ਉਧਰ ਨੂੰ ਜਾ ਸਕਦਾ ਹੈ। ਔਰ ਉਹਦੇ ਚ ਵੀ ਨਾਲ ਸੁੱਧੀਕਰਨ ਬੜਾ ਜ਼ਰੂਰੀ ਹੁੰਦਾ ਨਾ ਕਿਤੇ ਜਾ ਕੇ ਇੱਕ ਪ੍ਰੈਕਟਿਸ ਦਿਖਾਉਣੀ ਪੈਂਦੀ ਆ ਲੰਮੇ ਸਮੇਂ ਲਈ, ਕਿ ਹੁਣ ਸਾਨੂੰ ਐਸ ਜੋਗੇ ਸਮਝਦੇ ਹੋ ਤੁਸੀਂ ਜਾਂ ਨਹੀਂ। ਇੱਕ ਲੀਨ ਪੀਰੀਅਡ ਹੁੰਦਾ ਹੈ, ਸਾਲ 2 ਸਾਲ 6 ਮਹੀਨੇ, ਕੋਈ ਇਹੋ ਜਿਹਾ ਕੰਮ ਕਰਕੇ ਦਿਖਾਓ ਜਿਹਨੂੰ ਲੋਕਾਂ ਨੂੰ ਲੱਗੇ ਕਿ ਹੁਣ ਬਦਲੀ ਹੋਈ ਲੀਡਰਸ਼ਿਪ ਹੈ। ਬਿਲਕੁਲ ਠੀਕ ਹੈ, ਨਜ਼ਰੀਆ ਬਦਲਿਆ ਹੋਇਆ ਹੈ, ਬਾਕੀ ਦੀਆਂ ਚੀਜ਼ਾਂ ਬਦਲੀਆਂ ਹੋਈਆਂ ਨੇ। ਅਸੀਂ ਇੱਕ ਵੀ ਮੁੱਦੇ ਤੇ ਅਜੇ ਤੱਕ ਜਿਹੜੇ ਵਿਚਾਰਕ ਤੌਰ ਤੇ ਕਿਸੇ ਵੀ ਖੇਤਰੀ ਪਾਰਟੀ ਜਾਂ ਪੰਥਕ ਡੋਮੇਨ ਦੇ ਖਿਲਾਫ ਹੈ, ਬਾਹਰ ਅਜੇ ਪੰਗਾ ਲੈਣ ਲਈ ਤਿਆਰ ਨਹੀਂ। ਨਾ ਗਵਰਨਮੈਂਟ ਆਫ ਇੰਡੀਆ ਦੀ ਕਿਸੇ ਪਾਲਿਸੀ ਦੇ ਖਿਲਾਫ ਬਿਆਨ ਦੇ ਰਿਹਾ, ਨਾ ਕਿਸੇ ਹੋਰ, ਨਾ ਦੁਨੀਆ ਦੇ ਵਿੱਚ ਜਿਹੜਾ ਕੋਈ ਇਹੋ ਜਿਹਾ ਇਸ਼ੂ ਉੱਠ ਰਿਹਾ ਉਹਦੇ ਤੇ ਕੋਈ ਬਹੁਤ ਵੱਡਾ ਅਸੀਂ ਸਟੈਂਡ ਲੈ ਰਿਹਾ। ਉਹਦੇ ਚੋਂ ਇਹ ਲੱਗਦਾ ਕਿ ਠੀਕ ਹੈ ਪਾਰਟੀ ਨੇ ਤਾਂ ਰਹਿਣਾ ਹੀ ਹੈ। ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਜਾਂ ਪੰਜਾਬ ਵਰਗੀ ਸਟੇਟ ਜਿੱਥੇ ਇਸ ਪੱਧਰ ਦੀਆਂ ਪੋਲਿਟਿਕਸ ਹੈ, ਉਹਦੀ ਰੈਲੇਵੈਂਸ ਹੈ ਤੇ ਉਹਦੀ ਜਗ੍ਹਾ ਰਹੇਗੀ ਹਮੇਸ਼ਾ ਹੀ। ਪਰ ਜਗ੍ਹਾ ਇਸ ਤਰੀਕੇ ਨਾਲ ਨਹੀਂ ਰਹਿ ਸਕਦੀ ਜਿਵੇਂ ਬਣਾਉਣ ਦੀ ਟਰਾਈ ਹੋ ਰਹੀ ਹੈ। ਉਹ ਜਗ੍ਹਾ ਲਈ ਉਹਦਾ ਇੱਕ ਦਾਇਰਾ ਮੋਕਲਾ ਕਰਨਾ ਪਏਗਾ। ਉਸ ਜਗ੍ਹਾ ਵਾਸਤੇ ਰੀਅਲ ਸੈਂਸ ਦੇ ਵਿੱਚ ਲੋਕਾਂ ਨੂੰ ਜਚਾਉਣਾ ਪਏਗਾ ਕਿ ਅਸੀਂ ਹੱਕਦਾਰ ਹਾਂ ਉਸ ਜਗ੍ਹਾ ਦੇ, ਅਸੀਂ ਦਾਅਵੇਦਾਰ ਵੀ ਹਾਂ ਉਸ ਜਗ੍ਹਾ ਦੇ, ਉਹਦੇ ਲਾਇਕ ਵੀ ਹਾਂ ਉਸ ਜਗ੍ਹਾ ਦੇ, ਤਾਂ ਉਸ ਤੋਂ ਬਾਅਦ ਉਹ ਜਗ੍ਹਾ ਬਣਨੀ ਹੈ। ਸਰਦਾਰ ਹਰਮੀਤ ਸਿੰਘ, ਇੱਕ ਗੱਲ ਹੋਰ ਹੈ ਜਿਹੜੀ ਸਿਰਫ ਕਰਕੇ ਮੈਂ ਸਰਦਾਰ ਬਲਕਾਰ ਸਿੰਘ ਹੋਣਾ ਵੱਲ ਜਾਣਾ ਹੈ ਕਿ ਮਾਲਵੇ ਦੇ ਇੱਕ ਵੱਡੇ ਲੀਡਰ ਜਿਹੜੇ ਬਾਦਲ ਪਰਿਵਾਰ ਦੇ ਪਹਿਲਾਂ ਤਾਂ ਬਹੁਤ ਨੇੜੇ ਸੀ, ਪਿੱਛੇ 2 ਟਿਕਟਾਂ ਕਰਕੇ ਨਾਰਾਜ਼ ਜੇ ਵੀ ਹੋ ਗਏ। ਉਹਨਾਂ ਨੇ ਸਾਫ਼-ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਸਾਨੂੰ ਬੀਜੇਪੀ ਵੱਲ ਮੁੜਨਾ ਪੈਣਾ ਤੇ ਅਗਲੀਆਂ ਨਿਗਮ ਚੋਣਾਂ ਅਸੀਂ ਬੀਜੇਪੀ ਨਾਲ ਰਲ ਕੇ ਹੀ ਲੜਾਂਗੇ। ਸਾਨੂੰ ਨੁਕਸਾਨ ਹੋਇਆ ਵਿਧਾਨ ਸਭਾ ਦੇ ਵਿੱਚ ਬੀਜੇਪੀ ਨਾਲੋਂ ਤੋੜਨ ਦਾ। ਮੈਨੂੰ ਲੱਗਦਾ ਪਾਰਟੀ ਦੇ ਅੰਦਰੋਂ ਕੁਝ ਇਸ ਤਰ੍ਹਾਂ ਦੀਆਂ ਆਵਾਜ਼ਾਂ ਵੀ ਸ਼ੁਰੂ ਹੋ ਗਈਆਂ। ਔਰ ਇਹ ਕਿਵੇਂ ਅੱਗੇ ਵਧਣਗੀਆਂ ਜਾਂ ਇਹਨੂੰ ਤੁਸੀਂ ਪ੍ਰਮਾਣ ਚੜ੍ਹਦੇ ਵੇਖਦੇ ਹੋ? ਕਿਉਂਕਿ ਮੈਨੂੰ ਲੱਗਦਾ ਭਾਜਪਾ ਦਾ ਵੀ ਗੁਜ਼ਾਰਾ ਜਿਹਾ ਨਹੀਂ ਹੋ ਰਿਹਾ, ਇੱਥੇ ਕਿਸੇ ਨਾ ਕਿਸੇ ਨਾਲ ਜੁੜਨਾ ਹੀ ਪੈਣਾ। ਉਹ ਤਾਂ ਕਿਸਾਨ ਅੰਦੋਲਨ ਦੀ ਮਜਬੂਰੀ ਸੀ, ਅੰਦੋਲਨ ਐਡਾ ਹੋ ਗਿਆ ਸੀ, ਸਰਵਾਈਵਲ ਦਾ ਸਵਾਲ ਸੀ ਤਾਂ ਟੁੱਟਿਆ ਉਹ ਸੰਬੰਧ। ਉਹ ਆਰਜੀ ਟੁੱਟਿਆ, ਕੋਈ ਬਹੁਤ ਬੜਾ ਐਵੇਂ ਨਹੀਂ ਟੁੱਟਿਆ ਕਦੇ ਵੀ ਜੀ। ਔਰ ਲਾਸਟ ਮੂਵਮੈਂਟ ਤੱਕ ਟਰਾਈ ਹੋਈ ਕਿ ਉਹ ਰਹਿ ਜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਸੇ ਕਰਕੇ ਤਾਂ ਮੈਂ ਜਿਹੜੀ ਪਹਿਲੀ ਗੱਲ ਵੀ ਸਾਰੀ ਕੀਤੀ ਹੈ ਕਿ ਅਜੇ ਵੀ ਬੀਜੇਪੀ ਨਾਲ ਕੋਈ ਵਿਚਾਰਧਾਰਕ ਬਖਰੇਵੇਂ ਦੇ ਰੂਪ ਚ ਸਟੈਂਡ ਲੈਣ ਦਾ ਮਤਲਬ ਮੁਹਾਵਰਾ ਨਹੀਂ ਸ਼ੁਰੂ ਹੋਇਆ ਅਕਾਲੀ ਦਲ ਦੇ ਵਿੱਚ, ਅਕਾਲੀ ਦਲ ਦੀ ਸਿਆਸਤ ਦੇ ਵਿੱਚ। ਜੀ ਜੀ, ਇਸੇ ਕਰਕੇ ਮੈਨੂੰ ਲੱਗਦਾ ਬੀਜੇਪੀ ਨੂੰ ਵੀ ਇਹ ਲੱਗਦਾ ਹਜੇ, ਤੇ ਪਰ ਉਹ ਐਸ ਅਕਾਲੀ ਦਲ ਨੂੰ ਉਸ ਰੁਤਬੇ ਚ ਨਹੀਂ ਲਿਆਊਗੀ ਹੁਣ ਬੀਜੇਪੀ। ਹੁਣ ਅੱਧੋ ਅੱਧ 50-50। ਹਾਂ, ਹੁਣ ਉਹਦਾ ਰੁਤਬਾ ਉਹਨੇ ਆਪਣਾ ਹੋਰ ਤਰ੍ਹਾਂ ਰੱਖਣਾ ਤੇ ਅਕਾਲੀ ਦਲ ਦਾ ਜੇ ਇਸੇ ਮਾਮਲੇ ਚ ਹੋਰ ਤਰ੍ਹਾਂ, ਫਿਰ ਰੀਅਲ ਸੱਚ ਅਕਾਲੀ ਦਲ ਨਹੀਂ ਹੋਏਗਾ, ਕੋਈ ਇੱਕ ਹੋਰ ਪਾਰਟੀ ਹੋਏਗੀ ਬਸ। ਬਿਲਕੁਲ ਬਿਲਕੁਲ। ਉਹ ਗੱਲ ਸੁਣੋ, ਉਹਨਾਂ ਨੇ ਅਦਰ ਪਾਰਟੀ ਹੋਏਗੀ ਤੇ ਅਕਾਲੀ ਦਲ ਨਹੀਂ ਹੋਏਗਾ। ਮੈਂ ਕਿਹਾ ਜੀ ਉਹਨਾਂ ਨੇ 35 ਸੀਟਾਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੇਤੀਆਂ, ਤੇ ਜੇ ਇਹਨਾਂ ਨਾਲ 50-50 ਤੇ ਕਰਦੇ ਆ ਤੇ ਫਿਰ ਇਹਨਾਂ ਦੀ ਵੈਲਿਊ ਕੀ ਰਹੂਗੀ? ਇਹ ਵੀ ਵੱਡਾ ਸਵਾਲ ਆ ਵੀ ਇਹ ਅੱਗੇ ਚੜ੍ਹਦਾ ਵੀ ਪ੍ਰਵਾਨ ਕਿ ਨਹੀਂ। ਡਾਕਟਰ ਬਲਕਾਰ ਸਿੰਘ, ਹੁਣ ਮੈਂ ਸਵਾਲ ਕਰਾਂ ਚੰਗਾ ਨਹੀਂ ਲੱਗਦਾ, ਤੁਸੀਂ ਸੁਣ ਹੀ ਲਿਆ। ਸੁਖਬੀਰ ਜੀ ਸਰਗਰਮ ਨੇ, ਉਹ ਕਈ ਜੋ ਮੰਗ ਕਰਦੇ ਆ ਪ੍ਰਧਾਨ ਸਾਹਿਬ ਪ੍ਰਵਾਨ ਕਰ ਲੈਂਦੇ, ਸਿਰੇ ਚੜ੍ਹ ਦਿੰਦੇ ਆ ਤੇ ਆਦੇਸ਼ ਹੁੰਦਾ। ਸਰਦਾਰ ਹਰਮੀਤ ਸਿੰਘ ਹੋਰਾਂ ਨੇ ਹੁਕਮਨਾਮਾ ਕਿਹਾ ਸੀ, ਹੁਕਮਨਾਮਾ ਨਹੀਂ, ਉਹਨਾਂ ਨੇ ਆਦੇਸ਼ ਕੀਤਾ ਸੀਗਾ ਕਿ ਤੁਸੀਂ ਇਸ ਤਰ੍ਹਾਂ ਦੀ ਮੀਟਿੰਗ ਬੁਲਾਓ। ਸੋ ਡਾਕਟਰ ਬਲਕਾਰ ਸਿੰਘ, ਇਹ ਆਖਰੀ ਟਿੱਪਣੀ ਤੁਹਾਡੀ ਆ ਹੁਣ।
ਅਕਾਲੀ ਸਿਆਸਤ ਜਿਹੜੀ ਆ, ਜਿਹਨੂੰ ਪੰਥਕ ਸਿਆਸਤ ਕਹਿੰਦੇ ਆ ਅਸੀਂ, ਉਹਦੀ ਰੀੜ੍ਹ ਦੀ ਹੱਡੀ ਜਿਹੜੀ ਸੀ ਉਹ ਸਿੱਖਾਂ ਦਾ ਵਿਸ਼ਵਾਸ ਸੀਗਾ ਉਹਨਾਂ 'ਚ ਬਣੇ ਹੋਣ ਦਾ ਵੀ ਸਾਡੀ ਕਿਉਂਕਿ ਇੱਕ ਮੌਕਾ ਇਹ ਸੀ ਕਿ ਸੁਖਬੀਰ ਦੀ ਸਰਵਾਈਵਲ ਇਸ ਗੱਲ ਤੇ ਅੜੀ ਹੋਈ ਅਜੇ ਵੀ ਮਾੜੀ ਮੋਟੀ ਜਿੰਨੀ ਗੱਲ ਦਿਸ ਰਹੀ ਹੈ ਕਿ ਸਿੱਖ ਜਿਹੜੇ ਨੇ ਉਹ ਕਿਸੇ ਪਾਰਟੀ ਜਾ ਨਹੀਂ ਸਕਦੇ, ਕਿਉਂਕਿ ਉਹ ਧਰਮ ਨਾਲ ਜੁੜਨ ਦੀ ਆਦਤ ਹੈ। ਤਾਂ ਧਰਮ ਨਾਲ ਬੀਜੇਪੀ ਨਾਲ ਗਏ ਨਹੀਂ ਗਏ ਤੇ ਹੋਰ ਕਿਸੇ ਪਾਸੇ ਜਾ ਨਹੀਂ ਸਕਦੇ, ਧਰਮ ਨੂੰ ਬਹੁਤੀ ਥਾਂ ਨਹੀਂ ਹੈ। ਚਲੋ ਇੱਕ ਗੱਲ ਇਹ ਆ। ਦੂਜੀ ਗੱਲ ਇਹ ਹੈ ਕਿ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਇਸ ਵੇਲੇ ਜਿਹੜੀ ਸਿੱਖ ਮੁੱਖ ਧਾਰਾ ਹੈ ਉਹ ਅਕਾਲੀ ਦਲ ਨਹੀਂ ਰਿਹਾ। ਇਹ ਫੈਸਲਾ ਹੋ ਚੁੱਕਿਆ ਹੈ, ਇਲੈਕਸ਼ਨਾਂ ਨੇ ਫੈਸਲਾ ਕਰਤਾ ਹੈ, ਉਹ ਐਸਜੀਪੀਸੀ ਨਹੀਂ ਰਹੀ। ਇਸੇ ਕਰਕੇ ਅਕਾਲ ਤਖਤ ਦੇ ਜਥੇਦਾਰ ਦੀ ਵੀ ਉਸ ਤਰ੍ਹਾਂ ਨਹੀਂ ਮੰਨੀ ਜਾ ਰਹੀ ਅਨਕੰਡੀਸ਼ਨਲ, ਜਿਵੇਂ ਪਹਿਲਾਂ ਮੰਨੀ ਜਾਂਦੀ ਸੀ। ਹੁਣ ਹਾਲਤ ਇਹ ਹੈ ਕਿ ਸੁਖਬੀਰ ਸਿੰਘ ਬੋਲਦਾ ਹੈ, ਇੱਛਾ ਉਹਦੀ ਹੈ ਤੇ ਕਰਦੀ ਹੈ ਸ਼੍ਰੋਮਣੀ ਕਮੇਟੀ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਦੇ ਨਾਲ ਇਹ ਕਾਊਂਟਰ ਪ੍ਰੋਡਕਟਿਵ ਹੈ, ਇਹਦਾ ਜਿਹੜਾ ਪ੍ਰਭਾਵ ਹੈ ਗਲਤ ਜਾਂਦਾ ਹੈ। ਜਿਹੜਾ ਮਾੜਾ ਮੋਟਾ ਸਿੱਖ ਜਿਹੜੀ ਸਿੰਪਥੀ ਸੀਗੀ ਅਕਾਲ ਤਖਤ ਨਾਲ, ਮਤਲਬ ਸ਼੍ਰੋਮਣੀ ਕਮੇਟੀ ਨਾਲ, ਉਹ ਵੀ ਮਤਲਬ ਅਕਾਲੀ ਦਲ ਕਰਕੇ ਕਿਰਦੀ ਜਾ ਰਹੀ ਹੈ। ਕਿਉਂਕਿ ਇਹ ਬੜੀ ਕਲੀਅਰ ਗੱਲ ਹੈ, ਪਰਿਵਾਰਵਾਦ ਦੀ ਪ੍ਰੋਬਲਮ ਹੁੰਦੀ ਹੈ। ਆਪਾਂ ਕਈ ਵਾਰ ਡਿਸਕਸ ਕਰਦੇ ਹਾਂ, ਤੁਸੀਂ ਵੀ ਕਰ ਚੁੱਕੇ ਹੋ, ਆ ਚੁੱਕੀ ਹੈ ਗੱਲ ਇਹ ਕਿ ਪਰਿਵਾਰਵਾਦ ਵਿੱਚ ਆਲਟਰਨੇਟਿਵ ਪਹਿਲੋਂ ਭਾਲਦੇ ਨੇ। ਸਿੱਖੀ ਵਿੱਚ ਆਲਟਰਨੇਟਿਵ, ਸਿੱਖ ਸਿਆਸਤ ਵਿੱਚ ਆਲਟਰਨੇਟਿਵ ਕਦੇ ਪਹਿਲੋਂ ਨਹੀਂ ਭਾਲਿਆ ਗਿਆ। ਆਲਟਰਨੇਟਿਵ ਆਪਣੇ ਆਪ ਹੀ ਖੜਾ ਹੋ ਜਾਂਦਾ, ਜਿਹੜਾ ਵੀ ਅੱਗੇ ਆ ਜਾਂਦਾ ਉਹੀ ਲੀਡਰ ਬਣ ਜਾਂਦਾ ਹੈ। ਹੁਣ ਇਸ ਵੇਲੇ ਉਹ ਨਹੀਂ ਛੱਡਣਾ ਚਾਹੁੰਦੇ ਤੇ ਆਪਣੀ ਪੰਥਕ ਬਹਾਲੀ ਜਿਹੜੀ ਹੈ ਉਹ ਵਾਇਆ ਅਕਾਲ ਤਖਤ ਤੇ ਵਾਇਆ ਸ਼੍ਰੋਮਣੀ ਕਮੇਟੀ ਕਰਨਾ ਚਾਹੁੰਦੇ ਨੇ। ਇਹ ਪਬਲਿਕ ਵਿੱਚ, ਆਮ ਸਿੱਖਾਂ ਵਿੱਚ ਐਕਸੈਪਟੇਬਲ ਨਹੀਂ ਹੋਣੀ। ਇੱਕ ਸਵਾਲ ਲੈ ਲਓ ਉਹ ਸਵਾਲ ਇਹ ਹੈ ਕਿ ਜਦੋਂ ਇਹ ਮੰਗ ਨੂੰ ਬੀਜੇਪੀ ਆਪਣੇ ਆਪ ਹੀ ਐਡਰੈਸ ਕਰ ਰਹੀ ਸੀ, ਸਿੱਖਾਂ ਨਾਲ ਮੁਲਾਕਾਤਾਂ, ਉੱਥੇ ਜਾਣ ਵਾਲਿਆਂ ਦੀਆਂ ਇਹ ਮੰਗਾਂ, ਪਿੱਛੇ ਮਨਜਿੰਦਰ ਸਿੰਘ ਸਿਰਸਾ ਨੇ ਮੇਰੇ ਨਾਲ ਗੈਰ ਰਸਮੀ ਗੱਲਬਾਤ 'ਚ ਮੈਨੂੰ ਕਿਹਾ ਸੀ, ਰੰਧਾਵਾ ਦੇਖਿਓ ਸਹੀ, ਅਸੀਂ ਕਿੰਨੇ ਧੂਮਧਾਮ ਨਾਲ ਉਹ ਲੋਕਾਂ ਨੂੰ ਲੈ ਕੇ ਆਵਾਂਗੇ, ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਛੱਡ ਕੇ ਆਵਾਂਗੇ। ਸੋ ਇੱਕ ਪਾਸੇ ਉਹ ਪ੍ਰਕਿਰਿਆ ਬੀਜੇਪੀ ਆਪਣੇ ਤੌਰ ਤੇ ਕਰ ਰਹੀ ਹੈ, ਮੈਨੂੰ ਲੱਗਦਾ ਸ਼ਾਇਦ ਉਹ ਸਿਰੇ ਹੀ ਚੜ੍ਹਨ ਵਾਲੀ ਸੀਗੀ। ਹੁਣ ਇੱਕ ਬੰਨੇ ਤਾਂ ਉਹ ਕ੍ਰੈਡਿਟ ਲੈਣਾ ਚਾਹੁੰਦੇ ਵੀ ਸਿੱਖ ਮਸਲੇ ਅਸੀਂ ਐਡਰੈਸ ਕਰ ਰਹੇ ਹਾਂ, ਲੇਕਿਨ ਸੁਖਬੀਰ ਸਿੰਘ ਬਾਦਲ ਨੇ ਵਾਇਆ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਦੋਂ ਹੁਣ ਇਹ ਗੱਲ ਅੱਗੇ ਵਧਾਤੀ ਆ ਵੀ ਅਸੀਂ ਸੰਘਰਸ਼ ਨਾਲ ਜਾਂ ਰੂਪਰੇਖਾ ਲਿਖਣੀ, ਤੇ ਅਗਲੇ ਚੁੱਪ ਕਰ ਜਾਣਗੇ ਜਾਂ ਇਹਨਾਂ ਤੋਂ ਪਹਿਲਾਂ ਹੀ ਛੱਡ ਦੇਣਗੇ ਵੀ 11 ਤੋਂ ਪਹਿਲਾਂ ਕੁਝ ਬੰਦੇ ਛੱਡ ਦਿਓ। ਇਹਦੇ ਛੱਡਣਾ ਛੱਡਣ ਦਾ ਨਹੀਂ ਮੈਨੂੰ ਪਤਾ, ਕਿਉਂਕਿ ਨਾਲ ਲੱਗੇ ਹੋਏ ਜਿਹੜਾ ਵਰਕਰ ਹੁੰਦੇ ਪੋਲੀਟੀਕਲ ਵੀ, ਪੋਲੀਟਿਕਸ ਵੀ ਅੱਜ ਕੱਲ੍ਹ ਨੌਕਰੀ ਹੋ ਗਈ ਹੈ। ਜਿਹੜਾ ਨਾਲ ਲੱਗਿਆ ਹੈ ਉਹ ਛੱਡ ਕੇ ਭੱਜ ਨਹੀਂ ਸਕਦਾ। ਜਿਹੜਾ ਮੋਦੀ ਹੋਣ ਵਾਲਾ ਜਸ਼ਨ ਹੈ ਨਾ, ਉਹਦੇ ਸੁਖਬੀਰ ਦੇ ਖਿਲਾਫ ਜਾ ਰਿਹਾ ਸਾਰਾ। ਉਹਨਾਂ ਚ ਸੁਖਬੀਰ ਦਾ ਕਿਹੜਾ ਬੰਦਾ ਜਾ ਰਿਹਾ ਜਾਂ ਉਹ ਗੱਲ ਕਿੱਥੇ ਚੱਲ ਰਹੀ ਹੈ? ਮੇਰਾ ਮਤਲਬ ਇਹ ਹੈ ਕਿ ਸੁਖਬੀਰ ਦੀ ਅਗਵਾਈ ਵਿੱਚ ਹੁਣ ਅਕਾਲੀ ਦਲ ਦੇ ਤੌਰ ਤੇ ਸਥਾਪਿਤ ਹੋਣਾ ਇੰਪੋਸੀਬਲ ਹੈ, ਬਿਲਕੁਲ ਸੰਭਵ ਨਹੀਂ ਹੈ। ਕਹਿੰਦੇ ਸਿਆਸਤ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਹੁੰਦਾ, ਇਹ ਵੀ ਇੱਕ ਸ਼ਬਦ ਹੈ। ਉਹ ਸਿਆਸਤ ਵਿੱਚ ਨਹੀਂ ਨਾ ਹੁੰਦਾ, ਮੈਂ ਧਰਮ ਦੀ ਗੱਲ ਕਰ ਰਿਹਾ। ਮੈਂ ਸਿਆਸਤਦਾਨ ਨਹੀਂ ਹਾਂ, ਮੈਂ ਵਿਸ਼ਵਾਸ ਦਾ ਬੰਦਾ, ਮੈਂ ਸਿੱਖ ਹੈਗਾ, ਸਕਰਮਕ ਹਾਂ, ਸਿੱਖ ਐਕਟਿਵਿਸਟ ਹਾਂ। ਇਸ ਕਰਕੇ ਮੇਰਾ ਵਿਸ਼ਵਾਸ ਇਹ ਹੈ, ਮੈਂ ਮਤਲਬ ਮੇਰੀ ਸੋਚੀ ਸਮਝੀ ਰਾਏ ਹੈ ਵੀ ਸੁਖਬੀਰ ਦੀ ਅਗਵਾਈ ਵਿੱਚ ਉਹ ਕੁਝ ਨਹੀਂ ਹੋਣ ਵਾਲਾ ਜਿਹੜਾ ਉਹ ਸੋਚ ਰਹੇ ਨੇ। ਜੇ ਉਹਨੂੰ ਉਹ ਛੱਡ ਕੇ ਪੈਂਤੜਾ ਬਦਲ ਕੇ ਆ ਜਾਣ ਤੇ ਉਹਨਾਂ ਨੂੰ ਉਹਦੇ ਪ੍ਰਭਾਵ ਤੋਂ ਵੀ ਦੇ ਵਿੱਚ ਵੀ ਮਤਲਬ ਉਹਨਾਂ ਨੂੰ ਘਾਟੇ ਪੈਂਦੇ ਜਾਣਗੇ। ਇਸ ਵੇਲੇ ਉਹ ਜਿਹੜੀ ਗੱਲ ਤੋਂ ਪਛੜ ਗਏ ਨੇ, ਉੱਥੇ ਮੁੜ ਕੇ ਆ ਸਕਣਾ ਉਹਨਾਂ ਵਾਸਤੇ ਸੰਭਵ ਨਹੀਂ ਹੋ ਪਾ ਰਿਹਾ। ਹਾਲਾਂਕਿ ਉਹ ਸਾਰੇ ਲੀਡਰ ਜਿਹੜੇ ਉਹਨਾਂ ਦੇ ਵੱਡੇ ਲੀਡਰ ਨੇ ਉਹ ਤਾਂ ਸਾਰੇ ਹੀ ਨਾਲ ਨੇ, ਉੱਥੇ ਹੀ ਨੇ। ਭੂੰਦੜ ਹੋਣੀ ਉੱਥੇ ਨੇ, ਚੰਦੂਮਾਜਰਾ ਹੋਣੀ ਉੱਥੇ ਹੀ ਨੇ, ਸਾਰੇ ਜਿਹੜੇ ਬਾਹਰ ਵੀ ਨੇ ਉਹ ਵੀ ਉੱਥੇ ਹੀ ਸਮਝੋ ਤੁਸੀਂ। ਪਰ ਕੋਈ ਇਹ ਗੱਲ ਨਹੀਂ ਬਣ ਪਾ ਰਹੀ। ਇਹਦਾ ਮਤਲਬ ਇਹ ਹੈ ਕਿ ਸਿੱਖ ਸਿਆਸਤ ਜਿਹੜਾ ਉਹਨੂੰ ਇਸ ਗੱਲ ਦੀ ਸਜ਼ਾ ਮਿਲ ਰਹੀ ਹੈ ਕਿ ਉਹਨੇ ਸਿੱਖ ਸੰਸਥਾਵਾਂ ਫੇਲ ਕਰਤੀਆਂ। ਹੁਣ ਜਦੋਂ ਸਿੱਖ ਸੰਸਥਾਵਾਂ ਉਹਨਾਂ ਨੇ ਫੇਲ ਕਰਤੀਆਂ ਤੇ ਉਹਨਾਂ ਦੇ ਰਾਹੀਂ ਬਹਾਲੀ ਕਿੱਥੋਂ ਭਾਲਦੇ ਨੇ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਰਦਾਰ ਹਮੀਰ ਸਿੰਘ ਹੋਰਾਂ ਨੇ ਜਾਣਾ ਹੈ, ਇਹ ਕਾਲੀ ਛੋਣਗੇ, ਇਸ ਕਰਕੇ ਮੈਨੂੰ ਲੱਗਦਾ ਆਪਾਂ ਹੁਣ ਅੱਜ ਵਿਰਾਮ ਦੇ ਦਈਏ, ਕੱਲ ਫਿਰ ਮਿਲਦੇ ਹਾਂ। ਮੈਨੂੰ ਲੱਗਦਾ ਮੁੱਦੇ ਤਾਂ ਐਂ ਹੀ ਵੱਧਦੇ ਰਹਿਣੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ, ਸ਼ੁਕਰੀਆ।